ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਲੋਬਲ ਮਿਡਾਸ ਫਾਊਂਡੇਸ਼ਨ ਤੁਹਾਡੀ ਖਾਸ ਮੁਲਾਕਾਤ ਕਰਵਾਉਣ ਜਾ ਰਿਹਾ ਸਰਦਾਰ ਕਵਲਜੀਤ ਸਿੰਘ ਜੀ ਜੋ ਸੇਵਾ 24/7 ਦੇ ਚੇਅਰਮੈਨ ਹੈ ਅਤੇ ਡਾਕਟਰ ਜਸਕੀਰਤ ਸਿੰਘ ਜੀ ਬਜਾਜ ਜੋ 5th ਜਨਰੇਸ਼ਨ ਦੇ ट्रस्टी हैं। आइए जानते हैं उन्होंने बारे उन्होंने जुबानी। सत श्री अकाल सर। सत श्री अकाल जी। सत श्री अकाल। वाहिगुरू जी का खालसा वाहिगुरू जी की फतेह। सर अपने बारे मतलब तुसी इस ट्रस्ट बारे इस सेवा बारे तुसी दसो कदों तो कर रहे हो और किवें चला रहे हो। ਜਿਹੜੀ ਟਰਸਟ ਹੈਗੀ ਹੈ ਡਾਕਟਰ ਜਸਕੀਰਤ ਸਿੰਘ ਬਜਾਜ ਜੀ ਜੋ ਕਿ 5th ਜਨਰੇਸ਼ਨ ਨੇ। ਪਹਿਲੇ ਜੋ 4 ਜਨਰੇਸ਼ਨ ਨੇ ਉਹ ਐਕੋ ਪ੍ਰੈਸ਼ਰ ਦੀ ਸੇਵਾ ਕਰਕੇ ਇਸ ਸੰਸਾਰ ਤੋਂ ਚਲੇ ਗਏ ਔਰ ਸਾਨੂੰ ਮਾਰਗਦਰਸ਼ਨ ਦਿੰਦੇ ਹੋਏ ਡਾਕਟਰ ਜਸਕੀਰਤ ਸਿੰਘ ਬਜਾਜ ਜੀ ਨੂੰ ਮਾਰਗਦਰਸ਼ਨ ਦਿੰਦੇ ਹੋਏ ਸਾਡੀ ਐਕੋ ਪ੍ਰੈਸ਼ਰ ਸੇਵਾ ਸਾਡੀ ਝੋਲੀ ਪਾ ਕੇ ਗਏ। ਤੇ ਇਹ ਜੋ ਡਾਕਟਰ ਜਸਕੀਰਤ ਸਿੰਘ ਬਜਾਜ ਜੀ ਨੇ ਆਪਣੇ ਗ੍ਰਹਿ ਵਿਖੇ ਨਰਾਇਣਾ ਸੇਵਾ ਕਰਦੇ ਸੀ ਜੋ ਕਿ ਮੈਨੂੰ ਇਹਦੀ ਮੁਲਾਕਾਤ ਇਹਨਾਂ ਨਾਲ ਆਪਣਾ 8 ਸਾਲ ਪਹਿਲਾਂ ਹੋਈ ਜਦੋਂ ਮੈਂ ਇਹਨਾਂ ਦੇ ਨਾਲ ਸੇਵਾ ਚਾਲੂ ਕੀਤੀ। ਜਦੋਂ ਕਰੋਨਾ ਕਾਲ ਆਇਆ ਇਹ ਬਹੁਤ ਸੇਵਾ ਕੀਤੀ। ਜਦੋਂ ਕਰੋਨਾ ਕਾਲ ਦੇ ਵਿੱਚ ਆਪਾਂ ਇੱਕ ਐਕਸਪੀਰੀਅੰਸ ਲਿਆ ਕਿ ਆਪਾਂ ਘਰ ਬੈਠੇ ਸੇਵਾ ਨਹੀਂ ਕਰ ਸਕਦੇ, ਸਾਨੂੰ ਘਰੋਂ ਬਾਹਰ ਨਿਕਲਣਾ ਪਏਗਾ ਕਿਉਂਕਿ ਕਰੋਨਾ ਕਾਲ ਦੇ ਵਿੱਚ ਬਹੁਤ ਕਰੋਨਾ ਪੇਸ਼ੈਂਟ ਦੀ ਆਪਾਂ ਸੇਵਾ ਕੀਤੀ ਔਰ ਵਿਦਆਊਟ ਮੈਡੀਸਨ ਉਹਨਾਂ ਨੂੰ ਟ੍ਰੀਟਮੈਂਟ ਕੀਤਾ ਔਰ ਕਾਫੀ ਸਹੀ ਵੀ ਹੋਏ। ਤੇ ਉਸ ਤੋਂ ਬਾਅਦ ਆਪਾਂ ਇੱਕ ਟਰਸਟ ਬਣਾਈ ਸੇਵਾ 24/7 ਜਿਹਦੇ ਆਪਾਂ 3 ਮਿਸ਼ਨ ਰੱਖੇ ਕਿ ਆਪਾਂ ਸੇਵਾ 24/7 ਨੇ ਕਰਨਾ ਕੀ ਹੈ। ਸੇਵਾ 24/7 ਦਾ ਪਹਿਲਾ ਮਿਸ਼ਨ ਸੀ ਕਿ ਜੋ ਬਿਨਾਂ ਦਵਾਈਆਂ ਤੋਂ ਇਲਾਜ ਅਗਰ ਕੋਈ ਸੰਭਵ ਹੈ ਤੇ ਐਕੋਪ੍ਰੈਸ਼ਰ ਪ੍ਰਣਾਲੀ ਦੇ ਵਿੱਚ ਸੰਭਵ ਹੈ ਉਸ ਬਿਨਾਂ ਦਵਾਈਆਂ ਤੋਂ ਇਲਾਜ ਸੰਭਵ ਹੈਗਾ। ਦੂਜਾ ਮਿਸ਼ਨ ਸੀ ਬੇਰੋਜ਼ਗਾਰ ਨੂੰ ਰੋਜ਼ਗਾਰ ਦਿਵਾਉਣਾ ਕਿਉਂਕਿ ਕਰੋਨਾ ਕਾਲ ਦੇ ਵਿੱਚ ਕਾਫੀ ਨੌਕਰੀਆਂ ਚਲੀ ਗਈਆਂ। ਤੁਸੀਂ ਇਸ ਪ੍ਰਕਾਰ ਦੇ ਤੋਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਕਾਫੀ ਬੇਰੋਜ਼ਗਾਰ ਹੋ ਗਏ। ਅਸੀਂ ਐਕੋਪ੍ਰੈਸ਼ਰ ਸਿਖਾਉਂਦੇ ਆ ਔਰ ਉਸ ਤੋਂ ਬਾਅਦ ਉਹ ਆਪਣਾ ਉਹਨੂੰ ਰੋਜ਼ਗਾਰ ਬਣਾ ਕੇ ਕਿਤੇ ਵੀ ਕਲੀਨਿਕ ਖੋਲ ਕੇ ਕਿਤੇ ਵੀ ਆਪਣੇ ਗਾਂਵ ਜਾਂ ਕੋਈ ਆਪਣਾ ਕਲੋਨੀ ਦੇ ਵਿੱਚ ਕਲੀਨਿਕ ਖੋਲ ਕੇ ਆਪਣੀ ਸੇਵਾ ਕਰ ਸਕਦਾ ਜਾਂ ਆਪਣਾ ਰੋਜ਼ਗਾਰ ਕਮਾ ਸਕਦਾ। ਔਰ ਤੀਸਰਾ ਮਿਸ਼ਨ ਸੀ ਸਾਡਾ ਸਵਸਥ ਭਾਰਤ। ਜਿਵੇਂ ਸਾਡੀ ਸਰਕਾਰਾਂ ਕਹਿੰਦੀਆਂ ਸਵੱਛ ਭਾਰਤ, ਅਸੀਂ ਕਹਿੰਦੇ ਹਾਂ ਸਵਸਥ ਭਾਰਤ। ਤੇ ਸਵਸਥ ਭਾਰਤ ਵਾਸਤੇ ਆਪਾਂ 3 ਮਿਸ਼ਨ ਲੈ ਕੇ ਅੱਗੇ ਚੱਲੇ। ਜਦੋਂ ਅਸੀਂ ਇਹ ਸੇਵਾ 24/7 ਬਣਾਈ ਟਰਸਟ, ਜਦੋਂ ਸਾਡਾ ਐਕਚੁਅਲੀ ਕੀ ਹੈਗਾ ਸਾਡੇ ਕੋਲ ਨਾਮ ਹੀ ਬਿਲਕੁਲ ਗਲਤ ਰੱਖਿਆ ਗਿਆ ਸੇਵਾ। ਜਿਹੜਾ ਵੀ ਬੰਦਾ ਜਿਹੜਾ ਵੀ ਸਾਡੇ ਕੋਲ ਆਂਦਾ ਸੀ ਸੇਵਾ 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 ਸੇਵਾ। ਦੇਖੋ ਸੇਵਾ ਕਿਉਂਕਿ ਸਾਡੀ ਟੀਮ ਦਿਨੋਂ ਦਿਨ ਬਹੁਤ ਵੱਡੀ ਹੁੰਦੀ ਜਾ ਰਹੀ ਸੀ। ਜਿਵੇਂ ਸਾਡੇ ਅਲੱਗ-ਅਲੱਗ ਬਹੁਤ ਸੈਂਟਰ ਵੀ ਹੈਗੇ ਨੇ, ਟੀਮ ਵੀ ਬਹੁਤ ਲੰਬੀ ਹੁੰਦੀ ਜਾ ਰਹੀ, ਸਾਡੇ ਖਰਚੇ ਬਹੁਤ ਪੈ ਗਏ। ਜਦੋਂ ਸੇਵਾ ਦਾ ਨਾਮ ਦਿੱਤਾ ਗਿਆ ਸੇਵਾ ਤੋਂ ਹਾਈਲਾਈਟ ਹੋ ਗਏ, ਸੇਵਾ ਦੇ ਨਾਮ ਨੂੰ ਚੇਂਜ ਤੇ ਕਰ ਨਹੀਂ ਸਕਦੇ ਸੀ। ਫਿਰ ਅਸੀਂ ਇੱਕ ਬਣਾਇਆ ਕਿ ਜੋ ਸੇਵਾ 24/7 ਟਰਸਟ ਜੋ ਪਹਿਲਾਂ ਕੈਂਪ ਲਗਾਉਂਦੀ ਸੀ ਜਦੋਂ ਉਹਨਾਂ ਦਾ ਆਪਣਾ ਕੋਈ ਕਲੀਨਿਕ ਨਹੀਂ ਹੁੰਦਾ ਸੀ, ਆਪਾਂ ਜੋ ਸੇਵਾ 24/7 ਨੂੰ ਸਿਰਫ ਸੈਟਰਡੇ ਔਰ ਸੰਡੇ ਕੈਂਪ ਲਗਾਉਂਦੀ, ਓਨਲੀ ਕੈਂਪ। ਉਸ ਦੇ ਅੰਡਰ ਆਪਾਂ A to Z ਐਕੋਪ੍ਰੈਸ਼ਰ ਸੈਂਟਰ ਬਣਾਇਆ ਜੋ ਡਾਕਟਰ ਜਸਕੀਰਤ ਸਿੰਘ ਦੱਸਣਗੇ ਬਣਾਇਆ। ਉਹਦੇ ਵਿੱਚ ਆਪਾਂ ਹੁਣ ਲਗਾਤਾਰ ਕਲੀਨਿਕ ਜਗ੍ਹਾ ਸੈਂਟਰ ਖੋਲਦੇ ਪਏ ਆ। ਇਹ ਸੇਵਾ 24/7 ਦਾ ਮਿਸ਼ਨ ਹੈ ਔਰ ਇਹ ਸੇਵਾ 24/7 ਕੰਮ ਕਰਦੀ ਪਈ ਹੈ ਟੀਮ ਜੀ। ਸਰ ਜਿਵੇਂ ਤੁਸੀਂ ਕਿਹਾ ਕਿ ਸੇਵਾ ਮਤਲਬ ਕਿੰਨੇ ਟਾਈਮ ਤੋਂ ਚੱਲ ਰਹੀ ਹੈ ਔਰ ਇਹਦਾ ਕੀ ਏਮ ਹੈ। ਦੇਖੋ ਸੇਵਾ ਤੇ ਡਾਕਟਰ ਸਾਹਿਬ ਦੱਸਣਗੇ ਸੇਵਾ ਤੇ ਪਿਛਲੇ ਇਹਨਾਂ ਦੇ ਮੈਂ ਕਿਹਾ 4th ਜਨਰੇਸ਼ਨ ਤੇ ਸੇਵਾ ਕਰਕੇ ਚਲੇ ਗਏ। ਇਹ ਦੱਸਣਗੇ ਸੇਵਾ ਕਰ ਰਹੇ ਨੇ। ਇਹ ਕੁਐਸਚਨ ਤੇ ਇਹਨਾਂ ਕੋਲੋਂ ਪੁੱਛਣਾ ਚਾਹੀਦਾ ਨਾ ਕਿ ਇਹ ਸੇਵਾ ਕਿੰਨੇ ਟਾਈਮ ਤੋਂ ਚੱਲਦੀ ਪਈ ਹੈਗੀ ਹੈ ਜੀ ਸਰ ਤੁਸੀਂ ਦੱਸੋ ਮਤਲਬ ਤੁਹਾਡਾ ਕੀ ਏਮ ਹੈ, ਮਤਲਬ ਜੋ ਤੁਹਾਡੇ ਕੋਲ ਸੰਗਤ ਜਾਂ ਆਮ ਲੋਕ ਆਉਂਦੇ ਆ ਤੁਹਾਡਾ ਮਤਲਬ ਇਹ ਕੁਝ ਤਾਂ ਸੋਚੇਗਾ 5th ਜਨਰੇਸ਼ਨ ਹੋ ਤੁਸੀਂ ਤੇ ਤੁਹਾਡਾ ਕੀ ਏਮ ਰਿਹਾ ਹੈ ਕਿ ਕਿਵੇਂ ਲੋਕਾਂ ਨੂੰ ਅਵੇਅਰਨੈਸ ਕਰਨਾ ਇਸ ਬਾਰੇ ਕਿ ਅਵੇਅਰ ਕਰਨਾ ਹੈ ਕਿ ਐਕੂਪ੍ਰੈਸ਼ਰ ਨਾਲ ਵੀ ਟ੍ਰੀਟਮੈਂਟਸ ਹੋ ਸਕਦੇ ਨੇ। ਮੇਰਾ ਮਿਸ਼ਨ ਨਹੀਂ ਹੈ ਪਿਓ ਦਾਦੇ ਨਾ ਕੋਈ ਇੱਕ ਬੂਟਾ ਲਗਾਉਂਦੇ ਨੇ। ਜਿਸ ਤਰ੍ਹਾਂ ਸਾਡੀ ਹੈ ਅਸੀਂ ਜਿਹੜੀ ਸਿੱਖੀ ਜਿਹੜੀ ਸਟਾਰਟ ਹੋਈ ਹੈ ਜਿਹੜੀ ਹੈ ਅਸੀਂ ਜਦੋਂ ਅਸੀਂ ਜਿਹੜੇ ਪੱਗਾਂ ਪੋਸ਼ ਆਪਣੇ ਸਿਰਾਂ ਤੇ ਬੰਨ੍ਹਦੇ ਉਹ 20 ਰੁਪਏ ਤੋਂ ਸਟਾਰਟ ਹੋਇਆ ਸਾਰਾ ਸਿੱਖੀ ਸਾਡੀ। ਗੁਰੂ ਨਾਨਕ ਸਾਹਿਬ ਜੀ ਨੇ 20 ਰੁਪਏ ਤੋਂ ਸਟਾਰਟ ਕੀਤੀ ਸੀਗੀ। ਅੱਜ ਅਸੀਂ 2% ਹੁੰਦੇ ਹੋਏ ਪੂਰੀ ਦੁਨੀਆ ਤੇ ਛਾਏ ਹੋਏ ਨਾ। ਉਹ ਕਿਸ ਕਾਰਨ ਛਾਏ ਉਹ 20 ਰੁਪਏ ਤੋਂ। ਸਾਡਾ ਬਿਜ਼ਨਸ ਸਾਡੀ ਸੇਵਾ ਸਾਡਾ ਟਰਸਟ ਸਾਡੀ ਚੀਜ਼ਾਂ ਹਰ ਚੀਜ਼ ਸਾਡੀ ਪਹਿਚਾਣ 20 ਰੁਪਏ ਤੋਂ ਸਟਾਰਟ ਹੋਈ ਰਾਈਟ। ਉਹਨਾਂ ਦਾ ਮਕਸਦ ਕੀ ਸੀਗਾ ਸਾਨੂੰ ਨਹੀਂ ਪਤਾ। ਅਸੀਂ ਸਿਰਫ ਜਦੋਂ ਆਪਣੇ ਬਚਪਨ ਤੋਂ ਆਪਣੇ ਮੁਗਲੀ ਗੁੱਟੀ ਸਾਨੂੰ ਨਾ ਹਰ ਮਾਂ ਪਿਓ ਕੁਛ ਨਾ ਕੋਈ ਬਚਪਨ ਵੀ ਦਿੰਦੇ ਨੇ ਜਾਂ ਅਸੀਂ ਆਪਣੇ ਮਾਂ ਪਿਓ ਨੂੰ ਦੇਖ ਕੇ ਵੱਡੇ ਹੁੰਦੇ ਆ। ਜੋ ਮੇਰੇ ਫਾਦਰ ਸਾਹਿਬ ਕਰ ਰਹੇ ਸੀ ਉਹਨਾਂ ਨੇ ਆਪਣੇ ਫਾਦਰ ਸਾਹਿਬ ਨੂੰ ਦੇਖਿਆ, ਉਹਨਾਂ ਨੇ ਆਪਣੇ ਫਾਦਰ ਸਾਹਿਬ ਦੇਖਿਆ, ਉਹਨਾਂ ਨੇ ਆਪਣੇ ਫਾਦਰ ਤੋਂ ਦੇਖਿਆ। ਤਾਂ ਮੈਂ 5th ਜਨਰੇਸ਼ਨ ਜਦੋਂ ਮੈਂ ਇਸ ਕੁਰਸੀ ਤੇ ਇਸ ਸੇਵਾ ਦੀ ਕੁਰਸੀ ਤੇ ਬੈਠਿਆ ਸੀਗਾ ਉਹ ਫਸਟ ਡੇ ਸੀ 29 ਸਤੰਬਰ 2002। ਸਾਡੇ ਪਰਿਵਾਰ ਦਾ ਮਿਸ਼ਨ ਹੈ ਕਿ ਪਰਿਵਾਰ ਦੇ ਇੱਕ ਬੰਦੇ ਨੇ ਸੇਵਾ ਕਰਨੀ ਹੈ, ਬਾਕੀ ਸਾਰੇ ਕਮਾਈਆਂ ਕਰੋ। ਮਾਈ ਫਾਦਰ ਵਾਜ ਅ ਡਾਕਟਰ। ਮੇਰੇ ਫਾਦਰ ਸਾਹਿਬ MCD ਦੇ ਵਿੱਚ ਸੇਵਾ ਕਰਦੇ ਸੀਗੇ ਔਰ ਕਰੋਲਬਾਗ ਜ਼ੋਨ ਦੇ ਹੈਲਥ ਆਫਿਸਰ ਸੀਗੇ ਡਾਕਟਰ ਰਜਿੰਦਰ ਸਿੰਘ ਬਜਾਜ ਜੀ ਜਿਨ੍ਹਾਂ ਦੀ ਡੈਥ 29 ਸਤੰਬਰ 2002 ਨੂੰ ਹੋਈ ਸੀਗੀ। ਮੇਰੇ ਤੋਂ ਪਹਿਲੇ ਉਹ ਸੇਵਾ ਕਰਦੇ ਤੇ ਸਾਨੂੰ ਸੇਵਾ ਕਰਨ ਦੀ ਪਰਮਿਸ਼ਨ ਨਹੀਂ ਸੀ। ਸੇਵਾ ਸਾਰੇ ਅਗਰ ਸੇਵਾ ਕਰਨਗੇ ਤਾਂ ਨਹੀਂ ਚੱਲੇਗਾ, ਕੁਛ ਨਾ ਕੁਛ ਕਿਰਤ ਵੀ ਨਾਲ ਕੀਤੀ ਜਾਏ। ਤੇ ਫਾਦਰ ਡਾਕਟਰ ਸੀਗੇ ਲੇਕਿਨ ਘਰੋਂ
45 साल उन्होंने फ्री डिस्पेंसरी चलाई, 65 ईयर मेरे दादा जी ने फ्री चलाई। ਹੁਣ जनरेशन टू जनरेशन ਜਿਹੜਾ ਚੱਲ ਰਿਹਾ ਹੈ ਪਰਿਵਾਰ ਦੇ ਵਿੱਚ ਇੱਕ ਮੁੰਡੇ ਨੇ ਇੱਕ ਪਰਸਨ ਨੇ, ਮੇਰੇ ਵੀ 3 ਭਰਾ ਹੈਗੇ ਸੀ, ਮੈਂ ਵਿੱਚ ਲੈ ਗਿਆ, ਮੇਰੇ ਤੋਂ ਵੱਡੇ ਭਾਈ ਸਾਹਿਬ ਨੇ ਬੜਾ ਅੱਛਾ ਸਾਡਾ ਫੈਮਿਲੀ ਬਿਜ਼ਨਸ ਪ੍ਰਿੰਟਿੰਗ ਡਿਜ਼ਾਈਨਿੰਗ ਐਡਵਰਟਾਈਜ਼ਿੰਗ ਦਾ ਜਿਹੜਾ ਸਾਡਾ ਫਾਦਰ ਦੇ ਟਾਈਮ ਤੇ ਵੀ ਰਿਹਾ ਬਿਜ਼ਨਸ, ਸੇਵਾ ਨਹੀਂ। ਜੀ ਜੀ ਛੋਟੇ ਬ੍ਰਦਰ LIC ਓਕੇ ਵਾਈਲਡ ਡਿਵੈਲਪਮੈਂਟ ਆਫਿਸਰ ਨੇ ਔਰ ਜਿਵੇਂ ਤੁਸੀਂ ਬੜਾ ਕੁਛ ਹੈਗਾ ਬਾਬਾ ਜੀ ਕਿਰਪਾ ਨਾਲ। ਮੇਰੀ ਜਿਹੜੀ ਕੁਆਲੀਫਿਕੇਸ਼ਨ ਹੈ ਮੈਂ ਕੀਤੀ BCom, ਲੇਕਿਨ ਸ਼ੇਰ ਦਾ ਬੱਚਾ ਸ਼ੇਰ ਹੀ ਹੁੰਦਾ ਨਾ, ਹਾਂਜੀ ਤੇ ਘਰਾਂ ਦੇ ਵਿੱਚ ਸਾਰਿਆਂ ਨੂੰ ਵੱਡੇ ਭਾਈ ਸਾਹਿਬ ਨੂੰ ਵੀ ਇਹ ਸ਼ਫਾ ਪਤਾ ਹੈ, ਛੋਟੇ ਨੂੰ ਪਤਾ, ਲੇਕਿਨ ਸੇਵਾ ਨਹੀਂ ਕਰਨੀ। ਸਾਰੇ ਸੇਵਾ ਕਰਨਗੇ ਤੇ ਕਿਰਤ ਕਿਵੇਂ ਕੱਢੋਗੇ, ਰੋਟੀਆਂ ਕਿਵੇਂ ਖਾਵਾਂਗੇ, ਪਰਿਵਾਰ ਹੈ, ਆਪਣੇ ਬੜੇ ਸਾਰੇ ਖਰਚੇ ਨੇ, ਹਰ ਚੀਜ਼ ਨੂੰ ਸੋਚਦੇ ਹੋਏ ਮੈਨੂੰ ਸੇਵਾ ਤੇ ਲਾਇਆ ਗਿਆ। ਜਿਹੜੇ ਫਾਦਰ ਦੀ ਡੈਥ ਤੋਂ ਬਾਅਦ ਮਦਰ ਨੇ ਡਿਸਾਈਡ ਕੀਤਾ ਤੁਸੀਂ ਸੇਵਾ ਕਰੋਗੇ। ਵੱਡੇ ਭਾਈ ਸਾਹਿਬ ਵਹੀਓ ਬਿਜ਼ਨਸ ਸੇਮ, ਛੋਟੇ ਬ੍ਰਦਰ ਵਹੀਓ ਜਿਹੜੀ LIC ਵੀ ਡਿਵੈਲਪਮੈਂਟ ਆਫਿਸਰ ਹੈਗੇ ਨੇ, ਹੁਣ ਵੀ ਉਹੀ ਕਰ ਰਹੇ ਨੇ, ਉਹ ਕਰ ਰਹੇ ਨੇ, ਮੈਂ ਸੇਵਾ 'ਚ ਪੈ ਗਿਆ। ਤੇ ਸਾਡਾ ਜਿਹੜਾ ਸੇਵਾ ਦਾ ਮਿਸ਼ਨ ਸ਼ੁਰੂ ਹੋਇਆ ਸੀਗਾ ਉਹ ਉਸ ਟਾਈਮ ਤੇ ਫਾਦਰ ਦੇ ਟਾਈਮ ਤੇ 40 ਪੇਸ਼ੈਂਟ ਹੁੰਦੇ ਸੀ, ਹੁਣ ਉਸ ਦੀ ਗਿਣਤੀ ਹਜ਼ਾਰਾਂ ਲੱਖਾਂ ਵਿੱਚ ਪਹੁੰਚ ਚੁੱਕੀ ਹੈ। ਨਾ ਸਿਰਫ ਦੇਸ਼ ਵਿਦੇਸ਼ਾਂ ਤੱਕ ਅਸੀਂ ਕੈਂਪ ਲਗਾ ਕੇ ਆ ਚੁੱਕੇ ਹਾਂ। ਰੀਸੈਂਟਲੀ ਆਪਣੇ ਸਾਡੇ ਜਿਹੜੇ ਮੇਨ ਚੇਅਰਮੈਨ ਸਾਹਿਬ ਸਾਡੇ ਚੇਅਰਮੈਨ ਜੀ ਕਵਲਜੀਤ ਸਿੰਘ ਜੀ ਨਾਲ ਮੈਂ ਦੁਬਈ ਕੈਂਪ ਲਗਾ ਕੇ ਆਇਆ, ਔਰ ਸਾਡਾ ਮੁੱਢ ਉੱਥੇ ਵੀ ਸੇਵਾ ਸੀ। ਅਸੀਂ ਆਪਣੇ ਹੱਥੀਂ ਸੇਵਾ ਕਰਨ ਦੀ ਸਾਰੀ ਜ਼ਿੰਦਗੀ ਦਾ ਬੀੜਾ ਚੁੱਕਿਆ, ਲੇਕਿਨ ਕਿਉਂਕਿ ਇਹ ਸੇਵਾ ਨੂੰ ਸਾਹਮਣੇ ਵਾਲੇ ਲੋਕੀ ਇਹ ਨਹੀਂ ਸਮਝ ਪਾ ਰਹੇ ਸੀ ਕਿ ਸੇਵਾ ਕੀ ਹੈ, ਇਸ ਸੇਵਾ ਨੂੰ ਕਨਵਰਟ ਕੀਤਾ ਇੱਕ ਬਹੁਤ ਹੀ ਨੋਮੀਨਲ ਚਾਰਜ ਜਿਹੜੇ ਕਿ 100 ਰੁਪਏ ਅੱਜ ਦੀ ਜ਼ਿੰਦਗੀ ਵਿੱਚ। ਅਸੀਂ ਘਰ ਬੈਠੇ ਬੈਠੇ ਤੁਹਾਨੂੰ ਸਿਰਫ ਇਹ ਚੈਲੰਜ ਕਰਨਾ, ਤੁਸੀਂ ਲੱਖਾਂ ਰੁਪਏ ਦੇ ਸਿਰਫ ਟੈਸਟ ਕਰਾ ਕੇ ਆਉਂਦੇ ਹੋ, ਔਰ ਸਾਡੇ ਸਾਰੇ ਜਿੰਨੇ ਵੀ ਜਨਰੇਸ਼ਨ ਸਾਡੀ ਜਾਂ ਜਿੰਨੇ ਵੀ ਸਾਡੇ ਸਟੂਡੈਂਟ ਪਲੱਸ ਸੇਵਾਦਾਰ ਨੇ ਸਿਰਫ ਨਬਜ਼ ਦੇਖ ਕੇ ਤੁਹਾਨੂੰ ਤੁਹਾਡੇ ਬਾਰੇ ਦੱਸ ਸਕਦੇ ਨੇ। ਇਹ ਸਾਡੀ ਕੁਆਲੀਫਿਕੇਸ਼ਨ ਹੈ। ਤੁਸੀਂ 10,000 ਰੁਪਏ ਦਾ ਅਗਰ ਕੋਈ MI ਦਾ ਟੈਸਟ ਕਰਾ ਕੇ ਆਉਂਦੇ ਹੋ, ਸਾਡਾ ਤੇ 3 ਸੈਕਿੰਡ ਤੁਹਾਨੂੰ ਬਿਨਾਂ ਉਹਦੇ ਦੱਸ ਦਿਆਂਗੇ, ਜਾ ਕੇ ਚੈੱਕ ਕਰਾ ਲਓ, ਤੁਹਾਨੂੰ ਪਤਾ ਚੱਲ ਜਾਏਗਾ ਉਹ ਕੀ ਹੈ। ਸੇਵਾ ਦਾ ਮੁੱਢ ਸੇਵਾ ਰੱਖੀ ਅਸੀਂ, ਲੋਕਾਂ ਨੇ ਜਿਸ ਤਰ੍ਹਾਂ ਵੀ ਉਹਨੂੰ ਟ੍ਰੀਟ ਕੀਤਾ, ਅਸੀਂ ਇੱਕ ਨੋਮੀਨਲ ਚਾਰजेस, ਕਿਉਂਕਿ ਜਦੋਂ ਬਹੁਤ ਜ਼ਿਆਦਾ ਭੀੜ ਵੱਧ ਜਾਂਦੀ ਹੈ ਤੇ ਤੁਹਾਨੂੰ ਇੱਕ ਕੋਈ ਨਾ ਕੋਈ ਖੂਜਾ ਜਾਂ ਕੋਈ ਨਾ ਕੋਈ ਜਗ੍ਹਾ ਕਿਰਾਏ ਤੇ ਲੈਣੀ ਪੈਂਦੀ ਹੈ। ਘਰੋਂ ਦੀ ਮੈਂ 20 ਸਾਲ ਆਪਣੇ ਘਰੋਂ ਆਪਰੇਟ ਕੀਤਾ। ਮੈਂ ਨਾਰਾਇਣਾ ਦਾ ਰਹਿਣ ਵਾਲਾ, ਮੇਰੇ ਫਾਦਰ ਦੀ ਡੈਥ ਵੀ ਉੱਥੇ ਹੋਈ ਸੀਗੀ, ਔਰ ਬਹੁਤ ਅੱਛੇ ਤਰੀਕੇ ਨਾਲ ਸਾਰੇ ਜਾਣਦੇ ਨੇ। ਫਾਦਰ ਸਾਹਿਬ ਨੂੰ ਕਰੋੜ ਬਾਗ ਵਾਲਿਆਂ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ, ਔਰ 1995 ਵਿੱਚ ਕਰੋੜ ਬਾਗ ਜ਼ੋਨ ਦੇ ਹੈਲਥ ਆਫਿਸਰ ਰਿਟਾਇਰ ਹੋਏ ਸੀਗੇ ਉਹ। ਡੈਥ ਉਹਨਾਂ ਦੀ 2002 ਵਿੱਚ ਹੋਈ। ਜਿਸ ਦਿਨ ਉਹਨਾਂ ਦੀ ਡੈਥ ਹੋਈ ਉਸ ਦਿਨ ਤੋਂ ਮੈਂ ਸੇਵਾ ਤੇ ਬੈਠ ਗਿਆ, ਔਰ ਜਦ ਤੱਕ ਮੈਂ ਜੀਵਿਤ ਹਾਂ ਮੇਰਾ ਬੇਟਾ ਜੋ ਕਿ 6th ਜਨਰੇਸ਼ਨ ਹੈ ਸੇਵਾ ਕਰ ਸਕਦਾ ਹੈ। ਮੇਰਾ ਇੱਕੋ ਹੀ ਬੇਟਾ ਉਹਨੇ ਕਰਨੀ ਹੈ, ਲੇਕਿਨ ਜਦ ਤੱਕ ਮੈਂ ਜੀਵਿਤ ਉਹਨੇ ਫ੍ਰੀ ਨਹੀਂ ਕਰਨੀ। ਚਾਰਜ ਲਓ, ਆਪਣੀ ਕਿਰਤ ਭਾਵੇਂ ਐਸਰੂ ਬਣਾਓ, ਭਾਵੇਂ ਕਿਸੇ ਹੋਰ ਚੀਜ਼ ਬਣਾਓ, ਕਿਰਤ ਕਰੋ। ਹਰ ਆਦਮੀ ਨੂੰ 10 ਨੌਂ ਦੀ ਕਮਾਈ ਹੈ। ਮੇਰੀ ਬਾਈ ਚਾਂਸ ਇਹੀ ਹੈ ਹੁਣ, ਕਿਉਂ? ਕਿਉਂਕਿ ਸੰਗਤ ਰੂਪ ਦੇ ਵਿੱਚ ਮੇਰੇ ਕੋਲ ਇਸ ਟਾਈਮ 100+ ਪੇਸ਼ੈਂਟ ਹੈਗੇ ਨੇ। ਅਗਰ ਅੱਜ ਦੀ ਡੇਟ ਵਿੱਚ ਕੋਈ 100 ਪੇਸ਼ੈਂਟ ਅਟੈਂਡ ਕਰਦਾ ਹੈ ਤੇ ਉਹਨੂੰ ਇਹਨੂੰ ਕਿਰਤ ਦੇ ਨਾਲ ਨਾਲ 10 ਉਹਨਾਂ ਦੀ ਕਮਾਈ ਬਣਾਉਣੀ ਪਏਗੀ। ਸੇਵਾ ਵੀ, ਪੁੰਨ ਵੀ ਤੇ ਫਲੀਆਂ ਵੀ, ਰਾਈਟ। ਸਾਡਾ ਮਕਸਦ ਕਮਾਈ ਨਹੀਂ ਹੈ। ਅਗਰ ਕਮਾਈ ਮਕਸਦ ਹੁੰਦਾ ਤੇ ਅੱਜ ਦੀ ਡੇਟ ਸਾਨੂੰ 100 ਰੁਪਏ ਲੈਣ ਦੀ ਲੋੜ ਨਹੀਂ ਹੈ। ਅਸੀਂ ਲੱਖ ਰੁਪਏ ਮੰਗੇ, ਸਾਨੂੰ ਲੱਖ ਮਿਲ ਸਕਦੇ ਨੇ, ਬਟ ਵੀ ਡੋਂਟ ਵਾਂਟ। ਅਗਰ ਕੋਈ ਚੀਜ਼ ਸੇਵਾ ਦੇ ਰਾਹੀਂ ਨਹੀਂ ਪੂਰੀ ਪੈ ਸੀ, ਤਦ ਕਰਕੇ ਅਸੀਂ ਇਹ ਸੰਸਥਾ ਚਲਾਈ। ਸੇਵਾ 24/7 ਇੱਕ ਸਿਰਫ ਨਾਮ ਹੈ। ਲੋਕਾਂ ਨੇ ਸੋਚਿਆ ਕਿ ਸੇਵਾ ਮਤਲਬ ਸਾਰਾ ਕੁਝ ਫ੍ਰੀ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸੇਵਾ ਯਾਨੀ ਕਿ ਤੁਸੀਂ ਪਹਿਲੇ ਤੁਸੀਂ ਫ੍ਰੀ ਆਫ ਕਾਸਟ ਕਰਦੇ ਸੀ ਇਹ ਸੇਵਾ। ਮੈਂ 144 ਸਾਲ ਦਾ ਪਿਛਲਾ ਮੇਰਾ ਇਤਿਹਾਸ ਹੈ। ਜਦੋਂ ਮੈਂ ਬੈਠਿਆ ਸੀਗਾ ਮੇਰੇ ਖਾਨਦਾਨ ਨੂੰ 144 ਸਾਲ ਹੋ ਚੁੱਕੇ ਸੀਗੇ। ਉਸ ਤੋਂ ਬਾਅਦ ਅੱਜ ਮੇਰਾ ਬੇਟਾ ਅਗਰ ਮੈਨੂੰ ਅੱਜ ਕੁਝ ਹੋ ਜਾਂਦਾ ਤੇ ਮੇਰਾ ਐਕਸਪੀਰੀਅੰਸ ਅਗਰ 20 ਸਾਲ ਜਾਂ 21 ਸਾਲ ਦਾ ਉਹਨੂੰ ਆ ਗਿਆ ਤਾਂ ਉਹ ਕਹੇਗਾ ਇੰਨਾ ਮੇਰਾ ਇੱਕ ਦਾਇਰੇ 'ਚ ਬੈਠ ਕੇ ਤੇ ਸੇਵਾ ਕੀਤੀ ਜਾ ਸਕਦੀ ਹੈ। ਇੱਕ ਦਾਇਰੇ 'ਚ ਬੈਠ ਕੇ ਸੇਵਾ, ਤੁਸੀਂ 20 ਪੇਸ਼ੈਂਟ ਕਰ ਲਓ, 40 ਕਰ ਲਓ, 100 ਕਰ ਲਓ, ਤੁਹਾਡਾ ਦਾਇਰਾ ਹੈ, ਤੁਸੀਂ ਉਹ 'ਚ ਸੇਵਾ ਕਰ ਸਕਦੇ ਹੋ। ਜਦੋਂ ਤੁਸੀਂ ਵਰਲਡ ਲੈਵਲ ਦੇ ਉੱਤੇ, ਨੈਸ਼ਨਲ ਲੈਵਲ ਤੇ ਆਣਾ ਹੈ ਨਾ, ਤੇ ਫਿਰ ਸੇਵਾ ਦਾ ਮਤਲਬ ਇਹ ਨਹੀਂ ਹੈਗਾ ਕਿ ਸੇਵਾ, ਫਿਰ ਸੇਵਾ ਇੱਕ ਲਿਮਿਟਿਡ ਡੇਜ਼ ਵਿੱਚ ਕੀਤੀ ਜਾ ਸਕਦੀ। ਜਿਵੇਂ ਆਪਾਂ ਸੈਟਰਡੇ ਔਰ ਸੰਡੇ ਸੇਵਾ ਦਾ ਰੂਪ ਦੇ ਦਿੱਤਾ ਉਹਨੂੰ ਜੀ, ਉਹ ਸਿਰਫ ਕੈਂਪ, ਠੀਕ ਹੈ, ਓਨਲੀ ਕੈਂਪ, ਫ੍ਰੀ ਆਫ ਕੋਸਟ। ਦੇਖੋ ਅਸੀਂ ਦਿੱਲੀ ਦੇ ਵਿੱਚ ਕੋਈ ਵੀ ਕੈਂਪ ਲਗਾਉਂਦੇ ਆ, ਅਸੀਂ ਕੋਈ ਪੈਸਾ ਚਾਰਜ ਨਹੀਂ ਕਰਦੇ ਜੀ, ਠੀਕ ਹੈ। ਕੋਈ ਵੀ ਪ੍ਰਬੰਧਕ, ਅਸੀਂ ਬਹੁਤ ਕੈਂਪ ਲਗਾਏ ਨੇ ਹਰ ਜਗ੍ਹਾ ਕੈਂਪ। ਅਗਰ ਅਸੀਂ ਤੁਹਾਨੂੰ ਪਹਿਲਾਂ ਅਸੀਂ ਜਦੋਂ ਦਿੱਲੀ ਤੋਂ ਬਾਹਰ, ਜਿਵੇਂ ਅਸੀਂ ਪਠਾਨਕੋਟ ਗਏ, ਜੰਮੂ ਗਏ, ਅੰਮ੍ਰਿਤਸਰ ਗਏ, ਅਹਿਮਦਾਬਾਦ ਗਏ, ਜਗਨਨਾਥਪੁਰੀ ਗਏ, ਠੀਕ ਹੈ, ਉਹਦੇ ਵਿੱਚ ਕੋਈ ਚਾਰਜ ਨਹੀਂ ਲਿਆ ਕਿਉਂਕਿ ਉਦੋਂ ਸਾਡੇ ਖਰਚੇ ਨਹੀਂ ਸੀ, ਠੀਕ ਹੈ। ਉਦੋਂ ਸਾਡੀ ਟੀਮ ਵੀ ਬੜੀ ਛੋਟੀ ਸੀ, ਲੇਕਿਨ ਹੁਣ ਜਦੋਂ ਸਾਡਾ ਰੂਪ ਵੱਧ ਗਿਆ, ਜਦੋਂ ਸਾਡੇ ਨਾਲ 250-300 ਬੰਦਾ ਜੁੜ ਗਿਆ, ਹੁਣ 250 ਬੰਦਾ 300 ਸਾਡੇ ਕੋਲ ਸਾਨੂੰ ਐਕਸੈਪਟ ਕਰਦਾ ਕਿ ਸਰ ਜੀ ਤੁਹਾਡੇ ਨਾਲ ਬੈਠੇ ਆ, ਤੁਹਾਡੇ ਨਾਲ ਐਕੋਪਰੇਸ਼ਨ ਕਰ ਰਹੇ ਆ, ਤੁਹਾਡੇ ਨਾਲ ਜੁੜੇ ਆ। ਹੁਣ ਮੇਰਾ ਰੋਟੀ ਦਾ ਖਰਚਾ, ਸਭ ਦੇ ਬੱਚੇ ਹੈਗੇ ਨੇ, ਉਹਨਾਂ ਦੇ ਬੱਚੇ ਕਿਵੇਂ ਚਲਾਣੇ ਨੇ। ਫਿਰ ਇਹਨੂੰ ਇੱਕ ਰੂਪ ਦਿੱਤਾ ਗਿਆ ਜੀ A to Z ਐਕੋਪਰੇਸ਼ਨ ਸੈਂਟਰ, ਠੀਕ ਹੈ। ਉਹਦੇ ਜਗ੍ਹਾ ਜਗ੍ਹਾ ਸੈਂਟਰ ਖੋਲੇ ਜਾਏ, ਪਰ ਉਹਦਾ ਕੀ ਹੈਗਾ, ਇਹ ਯੂਨਿਟ ਆਫ ਸੇਵਾ 24/7 ਟਰਸਟ,
ਉਹ ਯੂਨਿਟ ਹੈ ਸੇਵਾ 24/7 ਦਾ। ਪਰ ਉੱਥੇ ਅਗਰ ਅਸੀਂ 100 ਰੁਪਏ ਚਾਰਜ ਕਰ ਰਹੇ ਹਾਂ ਤੇ ਉਹਦਾ ਇਹ ਮਤਲਬ ਹੈਗਾ ਕਿ ਇਸ ਯੂਨਿਟ ਦੇ ਵਿੱਚ ਅਗਰ ਤੁਸੀਂ ਇਸ ਜਗ੍ਹਾ ਤੇ ਬੈਠੇ ਹੋ, ਇਹਦਾ ਖਰਚਾ ਹੈ, ਇਹਦਾ ਕਿਰਾਇਆ ਹੈ, ਇਹਦਾ ਬਿਜਲੀ ਦਾ ਬਿੱਲ ਹੈ, ਇਹਦਾ ਪਾਣੀ ਦਾ ਬਿੱਲ ਹੈ, ਤੇ ਇਸ ਲਈ ਇਹਦੇ ਉੱਤੇ ਆਪਾਂ 100 ਰੁਪਏ ਮਿਨੀਮਮ ਚਾਰਜ ਲਗਾਇਆ ਹੈਗਾ ਜੀ। ਈਵਨ ਦੈਨ ਐ ਨਹੀਂ ਕਿ ਆਪਾਂ ਕਿਸੇ ਦੀ ਸੇਵਾ ਨਹੀਂ ਕਰ ਰਹੇ। ਕੋਈ ਆਦਮੀ ਆਂਦਾ ਜਿਹਨੂੰ ਕਹਿੰਦਾ ਕਿ ਮੈਂ ਨਹੀਂ ਪੇ ਕਰ ਸਕਦਾ, ਉਹਦੇ ਕੋਈ ਪ੍ਰੂਫ ਲੈਣ ਦੀ ਲੋੜ ਨਹੀਂ। ਜਿਸ ਬੰਦੇ ਨੇ ਜ਼ਬਾਨੀ ਕਹਿ ਦਿੱਤਾ ਕਿ ਮੈਂ ਪੇ ਨਹੀਂ ਕਰ ਸਕਦਾ ਤੇ ਉਹਨੂੰ ਕੋਈ ਗੱਲ ਨਹੀਂ, ਤੂੰ ਨਹੀਂ ਪੇ ਕਰ ਸਕਦਾ ਤੇ ਸੇਵਾ ਰੂਪ ਚ ਕਰ ਦਿੰਦੇ ਆ, ਕੋਈ ਦਿੱਕਤ ਨਹੀਂ ਹੈਗੀ। ਇੱਕ ਆਦਮੀ ਨੇ ਕਹਿ ਹੀ ਦਿੱਤਾ ਨਾ ਕਿ ਮੈਂ ਪੇ ਨਹੀਂ ਕਰ ਸਕਦਾ, ਹੁਣ ਉਹਦਾ ਪ੍ਰੂਫ ਤੇ ਲੈਣ ਨਹੀਂ ਜਾਵਾਂਗੇ, ਕਰਕੇ ਤੁਸੀਂ ਪੇ ਕਰ ਸਕਦੇ ਨਹੀਂ ਕਰ ਸਕਦਾ, ਕੋਈ ਗੱਲ ਨਹੀਂ ਭਾਈ ਸਾਹਿਬ ਤੁਹਾਡੀ ਸੇਵਾ ਕਰ ਦਾਂਗੇ। ਹੁਣ ਸੇਵਾ ਤੇ ਇੰਨੀ ਕਿ ਸੇਵਾ ਹੀ ਅਗਰ ਗੁਰੂ ਮਹਾਰਾਜ ਸਾਡੇ ਕੋਲ ਕਰਾ ਲੈਂਦੇ, ਸਾਡੀ ਸ਼ਮਤਾ ਹੀ ਇੰਨੀ ਹੈ। ਅਗਰ ਗੁਰੂ ਮਹਾਰਾਜ ਸਾਡੀ ਸ਼ਮਤਾ ਵਧਾ ਦੇਣ, ਕਹਿਣ ਦੀ ਆਪਣਾ ਡਾਕਟਰ ਜਸਕੀਰਤ ਸਿੰਘ ਬਜਾਜ ਜੀ ਕਵਲ ਜੀ ਸਿੰਘ ਤੁਸੀਂ ਸੇਵਾ ਵੱਧ ਕਰਨੀ ਹੈ। ਜਦੋਂ ਸਾਨੂੰ ਕੋਈ ਦੇਖੋ ਸਾਡੀ ਟਰਸਟ ਖੁੱਲੀ ਹੈ, ਅੱਜ ਤੁਸੀਂ ਸਾਡਾ ਅਕਾਊਂਟ ਚੈੱਕ ਕਰ ਲਓ, ਅਸੀਂ ਕਿਸੇ ਕੋਲੋਂ 1 ਰੁਪਿਆ ਨਹੀਂ ਲਿਆ ਜੀ, ਕਿਉਂਕਿ ਐਕਚੁਅਲੀ ਕੀ ਹੈਗਾ ਉਹਦਾ ਲੇਖਾ ਦੇਣਾ ਪੈਣਾ। ਜਦੋਂ ਸਾਨੂੰ ਕੋਈ ਵਧੇਗਾ, ਸਾਨੂੰ ਕੋਈ ਦਸਵੰਤ ਦੇਗਾ ਤੇ ਆਪਾਂ ਜ਼ਰੂਰ ਉਹਨੂੰ ਸੇਵਾ ਦੇ ਵਿੱਚ ਲਗਾਵਾਂਗੇ ਆਪਸ, ਕਿਉਂਕਿ ਮੈਂ ਆਲਰੇਡੀ ਬਿਜ਼ਨਸਮੈਨ ਆ, ਮੇਰਾ ਆਪਣਾ ਬਿਜ਼ਨਸ ਚੱਲਦਾ ਪਿਆ, ਮੈਨੂੰ ਫੰਡ ਦੀ ਕੋਈ ਜ਼ਰੂਰਤ ਨਹੀਂ ਹੈ। ਮੈਂ ਤਾਂ ਇੱਕ ਸੇਵਾ ਦੇ ਰੂਪ ਦੇ ਵਿੱਚ ਨਾਲ ਜੁੜਿਆ ਹੈਗਾ ਵਾ ਜੀ। ਇਹ ਸਾਡਾ ਇੱਕ ਮਿਸ਼ਨ ਹੈਗਾ ਜੀ। ਔਰ ਬਾਕੀ ਇਹ ਡਾਕਟਰ ਸਾਹਿਬ ਜੋ ਆਪਣੀ ਕੁਆਲੀਫਿਕੇਸ਼ਨ ਔਰ ਜੋ ਅੱਜ ਬੱਚਿਆਂ ਨੂੰ ਸਿਖਾਉਂਦੇ ਨੇ, ਉਹ ਆਪਣੇ ਦੱਸਣਗੇ ਕਿ ਕਿਵੇਂ ਉਹਨਾਂ ਨੂੰ ਆਪਣਾ ਸਿਖਾਉਂਦੇ ਨੇ, ਉਹਨਾਂ ਦਾ ਕੀ ਮੋਟਿਵ ਹੈ ਕਿ ਬੱਚੇ ਕੀ ਕਰ ਸਕਦੇ ਹੈਗੇ ਨੇ ਜੀ। ਜਿਵੇਂ ਤੁਸੀਂ ਕਿਹਾ ਕਿ ਤੁਸੀਂ ਮਤਲਬ ਬੱਚਿਆਂ ਨੂੰ, ਯੂਥ ਨੂੰ ਅੱਜ ਕੱਲ੍ਹ ਦੀ ਉਹਨਾਂ ਨੂੰ ਵੀ ਇਹ ਚੀਜ਼ ਸਿਖਾ ਰਹੇ ਹੋ ਤਾਂ ਕਿ ਉਹ ਆਉਣ ਵਾਲੇ ਟਾਈਮ 'ਚ ਆਪਣਾ ਖੁਦ ਦਾ ਇੱਕ ਰੋਜ਼ਗਾਰ ਬਣਾ ਸਕੇ। ਤੇ ਕਾਫੀ ਬੱਚਿਆਂ ਨੇ ਤੁਹਾਡੇ ਤੋਂ ਸਿੱਖਿਆ ਹੈ, ਕੁਛ ਇਵੇਂ ਦੇ ਜਿਵੇਂ ਸਿੱਖ ਕੇ ਹਜੇ ਆਪਣੇ ਰੋਜ਼ਗਾਰ ਨੂੰ ਕਮਾ ਵੀ ਰਹੇ ਹੋਣ। ਮੇਰੇ ਕੋਲ ਇਸ ਟਾਈਮ ਕਰੀਬ 700 ਸਟੂਡੈਂਟ ਨੇ, ਜਿਹਦੇ ਵਿੱਚੋਂ 85 ਸੈਂਟਰ ਤੱਕ ਖੁੱਲ ਚੁੱਕੇ ਨੇ। ਠੀਕ ਹੈ, ਉਹ ਆਪਣਾ ਰੋਜ਼ਗਾਰ ਕਰ ਰਹੇ ਨੇ ਇਸ ਤੋਂ। ਔਰ ਮਿਨੀਮਮ ਚਾਰजेस ਨੇ ਉਹਨਾਂ ਦੇ 10 ਰੁਪਏ ਤੋਂ ਲੈ ਕੇ ਤੇ 100 ਰੁਪਏ ਤੱਕ ਅੱਜ ਦੀ ਡੇਟ ਵਿੱਚ ਚਾਰਜ ਕਰ ਰਹੇ ਨੇ। ਔਰ ਸੈਂਟਰ ਮਤਲਬ ਸਟੂਡੈਂਟ ਜਿਹੜੇ ਨੇ, ਮੇਰੇ ਸਭ ਤੋਂ ਛੋਟਾ 22 ਸਾਲ ਦਾ ਮੁੰਡਾ ਹੈ, ਲੇਕਿਨ ਇੱਥੇ ਜਿਹੜੇ ਸਿੱਖਣ ਲਈ ਆ ਰਹੇ ਨੇ, ਮੇਰੇ ਕੋਲ 13 ਸਾਲ ਦਾ ਵੀ ਮੁੰਡਾ ਸਿੱਖਣ ਲਈ ਆ ਰਿਹਾ ਹੈ। 7 ਸਾਲ ਦੇ ਮੁੰਡੇ ਨੇ ਵੀ ਸਿੱਖ ਕੇ ਕੰਮ ਨਹੀਂ ਖੋਲਿਆ, ਸਿੱਖਿਆ ਲਈ। ਸਿੱਖਿਆ ਉਹਨੇ ਕੀ ਲਈ? ਜੇ ਅਗਰ ਅਸੀਂ ਆਪਣੇ ਯੂਥ ਨੂੰ ਜਾਂ ਆਪਣੇ ਬੱਚਿਆਂ ਨੂੰ ਅੱਜ ਇਹ ਚੀਜ਼ ਸਿਖਾਤੀ, ਅੱਗੇ ਵੱਧ ਕੇ ਉਹ ਆਪਣੇ ਵੀ ਦਵਾਈਆਂ ਤੋਂ ਦੂਰ ਗਿਆ। ਸਾਡਾ ਮੇਨ ਮਕਸਦ ਹੈ ਵਿਦਆਊਟ ਮੈਡੀਸਨ ਸਾਰੀ ਬਿਮਾਰੀਆਂ ਦਾ ਟ੍ਰੀਟਮੈਂਟ ਵਿਦ ਐਕਿਊਪ੍ਰੈਸ਼ਰ। ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈ ਅੱਜ ਤੱਕ ਪੂਰੇ ਵਰਲਡ ਵਿੱਚ ਐਕਿਊਪ੍ਰੈਸ਼ਰ ਦਾ ਕਿਸੇ ਦੇ ਕੋਲ ਵੀ, ਜਦ ਤੋਂ ਇਹ ਯੁੱਗ ਤਿਆਰ ਹੋਏ ਨੇ, ਜਦ ਤੋਂ ਤੁਸੀਂ ਯੁੱਗ ਸੁਣੇ ਨੇ, ਐਕਿਊਪ੍ਰੈਸ਼ਰ ਦਾ ਕੋਈ ਕਿਸੇ ਦਾ ਸਾਈਡ ਇਫੈਕਟ ਨਹੀਂ ਹੋਇਆ। ਸਾਡਾ ਜਿਹੜਾ ਦਾਇਰਾ ਹੈ, ਕੋਈ ਕੱਟੇ ਵੱਡੇ ਦਾ ਅਸੀਂ ਨਹੀਂ ਇਲਾਜ ਕਰ ਸਕਦੇ, ਕਿਉਂਕਿ ਉਹਨੂੰ ਸੀਨਾ ਪਿਰ ਹੋ ਸਕਦਾ ਹੈ ਜਾਂ ਉਹਨੂੰ ਕੋਈ ਦਵਾਈ ਲਗਾਣੀ ਪੈ ਸਕਦੀ ਹੈ, ਕੋਈ ਹੱਡੀ ਟੁੱਟ ਗਈ ਉਹਦੇ ਲਈ ਪਲਾਸਟਰ ਕਰਨਾ ਪੈ ਸਕਦਾ ਹੈ। ਵੀ ਡੋਂਟ ਡੂ ਦੈਟ। ਅਸੀਂ ਉਸ ਦਾ ਕੱਟੇ ਜਲੇ ਫਟੇ ਦਾ ਨਹੀਂ ਕਰ ਸਕਦੇ ਕੁਝ ਵੀ, ਪਰ ਉਹਦੇ ਇਲਾਵਾ ਵੀ ਹੈਵ ਕੈਂਸਰ ਤੱਕ ਦਾ ਇਲਾਜ, ਸਾਡੇ ਕੋਲ ਹਰ ਚੀਜ਼ ਦਾ ਇਲਾਜ ਹੈ। ਲੋਕ ਡਾਇਲਿਸਿਸ ਤੇ ਜਾਂਦੇ ਨੇ, ਵੀ ਚੈਲੰਜ ਕਿ ਅਸੀਂ ਬਿਨਾਂ ਡਾਇਲਿਸਿਸ ਦੇ ਵੀ ਪੇਸ਼ੈਂਟ ਠੀਕ ਕਰਕੇ ਦੇ ਸਕਦੇ ਹਾਂ, ਜੋ ਕਿ ਇਹ ਸਾਖਸ਼ਾਤ ਪ੍ਰਮਾਣਿਤ ਹੈ। ਇਹ ਨਹੀਂ ਕਿ ਅਸੀਂ ਕੁਝ ਕਹਿ ਰਹੇ ਹਾਂ। ਇਹ ਜਿਹੜੀ ਸੰਸਥਾ ਹੈ, ਇਹਦੇ ਅਗਰ ਤੁਸੀਂ YouTube ਚੈਨਲ ਸਾਡਾ ਸੇਵਾ 24/7 ਦੇ ਨਾਮ ਨਾਲ, ਸਾਡਾ Facebook ਵੀ ਹੈਗਾ ਜੀ, YouTube ਵੀ ਹੈਗਾ ਜੀ, Instagram ਵੀ ਹੈ, ਹਰ ਜਗ੍ਹਾ ਤੇ ਤੁਹਾਨੂੰ ਇਹ ਈਜ਼ੀਲੀ ਅਵੇਲੇਬਲ ਹੈ। ਤੁਸੀਂ ਉਹਦੇ ਵਿੱਚ ਜਿਹੜੇ ਪੇਸ਼ੈਂਟ ਦੇ ਵਿਊਜ਼ ਚੈੱਕ ਕਰ ਸਕਦੇ ਹੋ। ਲੇਕਿਨ ਅਸੀਂ ਉਹਨੂੰ ਪ੍ਰਮੋਟ ਨਹੀਂ ਕਰ ਰਹੇ, ਅਸੀਂ ਪ੍ਰਮੋਟ ਕਰ ਰਹੇ ਹਾਂ ਐਸਪੈਥੀ ਨੂੰ, ਪਰਸਨ ਨੂੰ ਵੀ ਪ੍ਰਮੋਟ ਨਹੀਂ ਕਰ ਰਹੇ ਕਿ ਸਿਰਫ ਮੈਂ ਹੀ ਕਰ ਸਕਾਂ। ਨਹੀਂ, ਮੇਰੇ ਵੱਡੇ ਭਾਈ ਸਾਹਿਬ ਜੋ ਕਿ ਵੱਡੇ ਬਿਜ਼ਨਸਮੈਨ ਨੇ, ਰੋਡ ਸਾਇੰਸ ਦਾ ਸਮਾਨ ਬਣਾਉਂਦੇ ਨੇ, ਉਹ ਵੀ ਟ੍ਰੀਟਮੈਂਟ ਕਰ ਸਕਦੇ ਨੇ। ਤੇ ਇਹਨਾਂ ਦੀ ਬਿਟੀਆ ਜਿਹੜੀ ਕੈਨੇਡਾ ਦਾ ਜਾ ਕੇ ਕੈਨੇਡਾ ਵੀ ਇਲਾਜ ਕਰ ਰਹੀ, ਲੇਕਿਨ ਉਹ ਡਾਕਟਰ ਬਣ ਕੇ ਨਹੀਂ। ਵੀ ਆਰ ਨਾਟ ਡਾਕਟਰ। ਇਸ ਵਰਲਡ ਦੇ ਵਿੱਚ, ਇਸ ਦੁਨੀਆ ਦੇ ਕੋਈ ਡਾਕਟਰ ਨਹੀਂ, ਡਾਕਟਰ ਸਿਰਫ ਰੱਬ ਖੁਦ ਹੈ। ਅਸੀਂ ਕੁਆਲੀਫਿਕੇਸ਼ਨ ਦੀ ਗੱਲ ਕਰ ਰਹੇ ਹਾਂ, ਅਸੀਂ ਤੁਹਾਨੂੰ ਉਹ ਸਿੱਖਿਆ ਦੇ ਰਹੇ ਹਾਂ ਜਿਹੜੀ ਅਸੀਂ ਕਿਸੇ ਦੀ ਹੈਲਪ ਕਰ ਸਕੀਏ ਜਾਂ ਉਹਨੂੰ ਆਪਣਾ ਰੋਜ਼ਗਾਰ ਬਣਾ ਸਕੀਏ। देखिए शेर का बच्चा शेर बनेगा। तो अज जे अगर मैं अपने उत्ते लैके चला भी, मेरे प्यो ने मैंने जो सिखाया वो मैं किया, इन्होंने मैं जो नाल गाइड किया इन्होंने भी वही किया। तो इन्हों की आने वाली नस्लों और जिहड़ियां साडे नाल मिलन वाले लोग ने, वो सब नूं पता असीं करदे की हां। साडे सिक्ख्या लई बड़ी सिंपल जी गल है, असीं ऑटो में जा रहे कि ऑटो वाला ਉਹਨੂੰ ਖੰਘ ਆਈ, मैं क्या बेटा जी ये वाला गर्दन से पॉइंट दबा लिया। उन्हें पॉइंट दबाया, उन्हें मेरा फोन लिया, मैंने फोन करके कह रहा है कि मैं 2000 बंदों को ठीक कर चुका हूँ। मैं नहीं उन्होंने पूछा तू पैसा नहीं ठीक किया या की किया, ना ही मैं वो गले का पॉइंट दबाया तो कोई पैसा नहीं दबाया। असी अपनी पैथी नूं नहीं, असी इस युगां दी पैथी नूं महसूस कर, मेरी पैथी नहीं है, ना मैं बनाई तो ना ही मैं कुछ कर सकना। ਇਹ ਜਦੋਂ ਸਾਡੇ ਤੋਂ ਅੱਜ ਤੋਂ ਪਹਿਲੇ ਜਦੋਂ ਯੁੱਗ ਸੀਗਾ, ਕੋਈ ਡਾਕਟਰ ਨਹੀਂ ਸੀਗਾ, ਕੋਈ ਟੈਕਨੀਕ, ਸਿਰਫ ਲਫ਼ਜ਼ਾਂ ਦਾ ਗਿਆਨ ਸੀ। ਮੇਰੇ ਪਿਓ ਦਾਦੇ ਨੂੰ ਇਹ ਗਿਆਨ ਹੈ। ਮੇਰੀ ਕੁਆਲੀਫਿਕੇਸ਼ਨ ਵੀ ਆਈ ਹੈ, ਮੈਂ ਯੂਨਾਨ ਦੇ ਵੀ ਲਿਆ ਹੋਇਆ ਹੈ, ਐਕਿਊਪ੍ਰੈਸ਼ਰ ਦਾ ਵੀ, ਔਰ BEMS ਵੀ ਕੀਤੀ ਹੋਈ ਹੈ। ਐਕਿਊਪ੍ਰੈਸ਼ਰ, ਐਕਿਊਪੰਚਰ, ਕਲਰ ਥੈਰੇਪੀ, ਮਿਡ ਥੈਰੇਪੀ, मैं 72 पैथियां का माहिर हाँ, लेकिन मैं प्रमोट सिर्फ एक्यूप्रैशर नूं कर रहा वा।
मैं कपिंग भी जानना, मैं निडलिंग भी जानना वा, मैं एक्यूपंचर भी जानना, बट मैं प्रमोट एक्यूप्रेशर ਨੂੰ ਕਿਉਂ ਕਰ ਰਿਹਾ ਵਾਂ? ਕਿਉਂਕਿ ਜਿਸ ਤਰ੍ਹਾਂ ਅੱਜ ਦੇ ਡੇਟ ਵਿੱਚ ਘਰ ਘਰ ਕੋਈ ਨਾ ਕੋਈ ਬਿਮਾਰ ਹੈ, लेकिन नाल ही नाल उसकी जड़ कट्टन वाले ਉਹਦੇ परिवार में बैठे ये मत कर, इससे ये हो जाएगा। ਅਸੀਂ ਕਹਿੰਦੇ ਅਸੀਂ ਕੁਝ ਕਰਨਾ ਹੀ ਨਹੀਂ, ਨਾ ਅਸੀਂ ਕੁਝ ਵੇਚ ਰਹੇ ਹਾਂ, ਨਾ ਕੁਝ ਖਰੀਦ ਰਹੇ ਹਾਂ, ਨਾ ਕੁਝ ਚੀਜ਼ ਦੇ ਰਹੇ ਹਾਂ, ਨਾ ਕੁਝ ਖੋ ਰਹੇ ਹਾਂ। ਰੱਬ ਦੀ ਬਖਸ਼ੀ ਹੋਈ ਇਸ ਸਾਰੀ ਪ੍ਰਣਾਲੀ ਦੇ ਵਿੱਚ ਕੇਵਲ ਹੱਥ ਦੇ ਹੈ, ਇੰਨਾ ਹੱਥ ਮੈਂ ਸਾਰੇ ਪੁਆਇੰਟ ਚਾਰ ਤੁਹਾਨੂੰ ਦੇ ਦੇਣਾ बड़े आराम नाल। इन्ने हथ दे और पैर दे भी एंकल तो सिर्फ 3-4 उंगल ऊपर तक सारे शरीर का इलाज है, जिदा कि कोई साइड इफेक्ट नहीं है। जिवें कि लोग जो आजकल लोगों को कोई पता नहीं, वो कहते कि एक ऑपरेशन थोड़े दिन आराम आता है फिर नहीं आता, लोग डॉक्टर्स को मेडिसिन वास्ते भजदे, चाहिए नैलो सर्वाइकल हो गया या माइग्रेन की प्रॉब्लम होती है, एक नॉर्मल जी पेन किलर खा लेंगे। मैं बहुत अच्छे तरीके ना बेटा इस क्वेश्चन के उत्ते मैं अपना मैं तुहानू सैल्यूट करना कि मेरे बिना पूछे तुसीं इन्ना सोहना क्वेश्चन पूछया। मैं इस वर्ड दे विच आई हुई सारी चीज़ां नू चैलेंज करना कि एक बारी लैके तो सारी उम्र चला लो। जिहड़ा सानू ये जीवन रूपी चोला मिलिया वो भी सानू फॉरएवरली नहीं मिलिया। पीपल सेज कि ये तुहानू रेगुलर लेना पैंदा है। भाई साहब शुगर है, थायराइड है, हार्ट है, किहड़ी ऐसी दवाई है कि सिर्फ एक दवाई खाई तो सारी तुहाडी चीज़ां दूर हो गई। हर रोज़ तुहानू हार्ट दी दवाई खानी पैंदी है और फिर भी तुसीं तिल दवाई के कारण मरदे हो। अगर तुसी घर बैठे, मैं कहना कह रहा तुसी रोज मेरे को आओ, तुसी घर बैठे सिर्फ पॉइंट दबाने ने, रोज रोटी खाते मेरे पुत्र 4 घंटे बाद भूख लगती है। ये जीवन केड़ी चीज तुहानू मिली है फॉरएवर। अज जे तुहाडे आस-पास कितनी भी कायनात बनी है, पत्थर भी फॉरएवरली नहीं बने यार। ते तुसी ये पैथियां की गल करते पे हो, मैं भी तो कह रहा, मैं कह रहा जी ठीक है जी 4 घंटे बाद रोटी भी मुक जाती है, रोटी क्यों खाते हो फिर? वो चीज खा लो ना ਜਿਹੜੀ ਸਾਰੀ ਉਮਰ ਲਈ ਪੂਰੀ ਹੋ ਜਾਏ। ਐਕਚੁਅਲੀ ਕੀ ਹੈ, ਬੰਦੇ ਐਕਚੁਅਲੀ ਕੀ ਹੈ ਅੱਜ ਦੇ ਗੁੰਮਰਾਹ ਕਰਨ ਦਾ ਮੇਨ ਤਰੀਕਾ ਹੈ। ਸੰਸਾਰ ਦੇ ਵਿੱਚ ਕੀ ਹੋ ਗਿਆ, ਬੰਦਾ ਪੜ੍ਹ ਲਿਖਣਾ ਚਾਹੁੰਦਾ ਹੈ, ਬੰਦਾ ਵੈਲ ਐਜੂਕੇਟਡ ਹੋਣਾ ਚਾਹੁੰਦਾ ਹੈ, ਬੰਦਾ ਵੱਡੇ ਮਹਿੰਗੀ ਗੱਡੀਆਂ 'ਚ ਘੁੰਮਣਾ ਚਾਹੁੰਦਾ ਹੈ, ਬਹੁਤ ਜ਼ਿਆਦਾ ਨੋਟ ਕਮਾਉਣਾ ਚਾਹੁੰਦਾ ਹੈ, ਨੋਟਾਂ ਦਾ ਭੰਡਾਰ ਆਪਣੇ ਚਾਰੋਂ ਤਰਫ ਲਗਾਉਣਾ ਚਾਹੁੰਦਾ ਹੈ। ਪਰ ਜੇ ਅਗਰ ਨੋਟਾਂ ਦੇ ਭੰਡਾਰ ਲਗਾਏ ਤਾਂ ਹੀ ਸਹੀ ਨੇ ਨਾ, ਕਿ ਜੇ ਅਗਰ ਸਾਡੀ ਦੇਹ ਰੋਗਤਾ ਹੈਗੀ ਹੈ, ਸਾਡੀ ਨਿਰੋਗੀ ਕਾਇਆ ਹੈ, ਤਾਂ ਹੀ ਉਹ ਨੋਟ ਸਾਡੇ ਵਾਸਤੇ ਵਧੀਆ ਨੇ ਨਾ ਜੀ। ਜੇ ਤੁਸੀਂ ਨੋਟ ਇਕੱਠੇ ਕਰ ਲਏ ਔਰ ਆਪਣੇ ਸਰੀਰ ਨੂੰ ਸੰਤੁਲਨ ਆਪਣਾ ਸਵਸਥ ਨਹੀਂ ਰੱਖਿਆ ਤੇ ਫਾਇਦਾ ਕੀ ਉਹਨਾਂ ਨੋਟਾਂ ਦਾ? ਜੇ ਗਿਆਨ ਇਕੱਠਾ ਕਰਨਾ ਠੀਕ ਹੈ, ਪੈਸੇ ਕਮਾਣੇ ਠੀਕ ਨੇ, ਅੱਛੇ ਨੇ, ਪਰ ਆਪਣੀ ਸਰੀਰ ਨੂੰ ਵੀ ਤਾਂ ਆਪਣਾ ਸਵਸਥ ਰੱਖਣਾ ਹੈ ਨਾ, ਉਹਦੇ ਵਾਸਤੇ ਤਾਂ ਫਿਰ ਗਿਆਨ ਇਕੱਠਾ ਕਰਨਾ ਪਏਗਾ ਨਾ, ਉਹ ਦੂਜਾ ਗਿਆਨ ਵੀ ਤਾਂ ਇਕੱਠਾ ਕਰਨਾ ਪਏਗਾ। ਜਿੱਥੇ ਚਿੰਤਾ ਕਰਦੇ ਨੇ ਉੱਥੇ ਚਿੰਤਨ ਵੀ ਤਾਂ ਕਰਨਾ ਪਏਗਾ ਨਾ ਜੀ। ਚਿੰਤਾ ਕਰਕੇ ਜੋ ਆਪਣਾ ਸਰਕੂਲੇਟ ਹੈ ਬੋਡੀ ਦਾ ਉਹ ਸਾਰਾ ਖਰਾਬ ਕਰ ਲੈਣਾ, ਇਹ ਤਾਂ ਖੁਦ ਰੋਗ, ਬੰਦਾ ਖੁਦ ਰੋਗ ਪਾ ਰਿਹਾ ਜੀ। ਖਾਸ ਕਰ ਸ਼ਹਿਰਾਂ ਦੇ ਵਿੱਚ ਜੋ ਕਿ ਪੋਲੂਟਡ ਏਰੀਆ ਹੈਗੇ ਨੇ, ਔਰ ਇੰਨੀ ਇਹਨਾਂ ਨੂੰ ਚਿੰਤਾ ਹੈ, ਇਤਨੀ ਚਿੰਤਾ ਹੈ ਕਿ ਜੇ ਹਰ ਘਰ ਦੇ ਵਿੱਚ ਚਿੰਤਾ ਹੋਣ ਦੇ ਕਾਰਨ ਸਾਰੇ ਰੋਗਾਂ ਦਾ ਜਨਮ ਹੋ ਰਿਹਾ ਹੈਗਾ ਜੀ। ਉਹੀ ਅਗਰ ਕਿਉਂਕਿ ਲੋਕ ਕਹਿੰਦੇ ਆ ਕਿ ਸਭ ਤੋਂ ਈਜ਼ੀ ਤਰੀਕਾ ਅਪਣਾਉਣਾ ਚਾਹੁੰਦੇ ਹੋ, ਈਜ਼ੀਐਸਟ ਹੈ ਮੇਰੇ ਪੁੱਤਰ। मींस कि कहने का मतलब है कि वो आजकल जो एक मेट्रो लाइफ चल रही है, लोग कहते नहीं इतने नहीं उतने, उन्होंने कहते कि पेन किलर खा ली था ठीक हो गए, अगले दिन फिर वही चीज रह जाती है। नहीं पेन रोटी खाते हो तो अगले दिन फिर रोटी खाते हो ना, पेन किलर खाते हो, पेन के बाद दोबारा उन्होंने 4 घंटे बाद पेन किलर खाते हो। ਅਸੀਂ ਕਹਿੰਦੇ ਆ पेन किलर ना खाओ, ਤੁਸੀਂ अपने पॉइंट दबाओ, ਜਿਹਦੇ 4 घंटे बाद पेन दोबारा आती है दोबारा पॉइंट दबा दो। पेन किलर 3 दिन 4 दिन 5 दिन में फर्क पाती है, 5 दिन की थां ते 10 दिन में भी अगर फर्क, लेकिन अगर है नहीं, मैं चैलेंज करना ਜਿਹੜੀ मेडिसिन ਦੇ ਨਾਲ 4 दिन भी ठीक होएगी वो 3 घंटे में ठीक हो जाएगी। मेरा वादा है। ਇਹਦਾ ਇੱਕ ਜਵਾਬ ਦੇਣਾ, ਅਗਰ ਕਿਸੇ ਬੰਦੇ ਨੂੰ ਸ਼ੂਗਰ ਹੋ ਗਈ, ਸਪੋਜ਼ ਕਰੋ ਬੀਪੀ ਹੋ ਗਈ, ਬੱਚਾ ਡਾਕਟਰ ਗਿਆ ਬੀਪੀ ਚੈੱਕ ਕੀਤਾ ਜੀ 200 120 ਹੈਗਾ, 4-5 ਦਿਨ ਚੈੱਕ ਕੀਤਾ ਉਹਨਾਂ ਨੇ, ਸਭ ਤੋਂ ਪਹਿਲਾਂ ਡਾਕਟਰ ਕਹਿੰਦਾ ਹੈ ਕਿ ਸਭ ਤੋਂ ਪਹਿਲਾਂ ਸੈਰ ਸ਼ੁਰੂ ਕਰੋ ਜੀ, ਸਟ੍ਰੈਸ ਲੈਵਲ ਘੱਟ ਕਰੋ, ਠੀਕ ਹੈ। ਸ਼ੂਗਰ ਦੇ ਵਿੱਚ ਵੀ ਬੰਦਾ ਡਾਕਟਰ ਕਹਿੰਦਾ ਹੈ ਕਿ ਸਟ੍ਰੈਸ ਲੈਵਲ ਘੱਟ ਕਰੋ ਔਰ ਸੈਰ ਕਰੋ। ਅੱਜ ਦੀ ਡੇਟ ਦੇ ਵਿੱਚ ਬੀਪੀ, ਸ਼ੂਗਰ ਔਰ ਹਾਰਟ ਦੇ ਪੇਸ਼ੈਂਟ ਤੁਹਾਨੂੰ ਆਲੇ ਦੁਆਲੇ ਬੜੇ ਮਿਲ ਜਾਣਗੇ। ਕਿਆ ਤੁਸੀਂ ਕਿਸੇ ਪਾਰਕ ਦੇ ਵਿੱਚ ਫੁੱਲ ਪਾਰਕ ਵੇਖਿਆ? ਜਦੋਂ ਤੁਸੀਂ ਸੈਰ ਮਾਰਨਿੰਗ ਦਾ ਟਾਈਮ ਹੋਵੇ ਜਾਂ ਈਵਨਿੰਗ ਦਾ ਟਾਈਮ ਹੋਵੇ, ਪਾਰਕ ਤੁਹਾਨੂੰ ਲੱਗਦਾ ਹੈ ਕਿ ਜਿਤਨੇ ਆਪਣੇ ਏਰੀਆ ਦੇ ਵਿੱਚ ਪੇਸ਼ੈਂਟ ਹੈਗੇ ਨੇ ਉਹ ਸਾਰੇ ਪਾਰਕ ਦੇ ਵਿੱਚ ਚੱਲੇ ਗਏ ਨੇ ਸੈਰ ਕਰਨ ਵਾਸਤੇ? ਠੀਕ ਹੈ, ਕੋਈ ਨਹੀਂ ਜਾਂਦਾ ਨਾ। ਕਿ ਉਹਨਾਂ ਨੂੰ ਕਿ ਗੋਲੀ ਦੇ ਵਿੱਚ ਇੱਕ ਟੈਬਲੇਟ ਦੇ ਵਿੱਚ ਰੱਬ ਨਜ਼ਰ ਆ ਗਿਆ ਕਿ ਮੈਂ ਕਿ ਇਹ ਬਸ ਇਹ ਟੈਬਲੇਟ ਖਾ ਲਈ ਤੇ ਮੇਰਾ ਉਧਾਰ ਹੋ ਗਿਆ। ਜਦੋਂ ਡਾਕਟਰ ਟੈਬਲੇਟ ਲਗਾਉਣ ਤੋਂ ਪਹਿਲਾਂ ਹੀ ਕਹਿੰਦਾ ਹੈ ਕਿ ਤੁਹਾਨੂੰ ਸੈਰ ਔਰ ਚਿੰਤਾ ਛੱਡਣੀ ਪਏਗੀ ਤਾਂ ਤੁਹਾਡਾ ਗੋਲੀ ਤੋਂ ਛੁਟਕਾਰਾ ਹੋ ਸਕਦਾ, ਅਦਰਵਾਇਜ਼ ਕੋਈ ਹੱਲ ਨਹੀਂ ਹੈਗਾ। ਔਰ ਆਪਣੀ ਡਾਈਟ ਤੇ ਕੰਟਰੋਲ ਕਰਨਾ ਪਏਗਾ। ਕਿਹੜਾ ਕਿ ਜਿੰਨੇ ਵੀ ਪੇਸ਼ੈਂਟ ਹੈਗੇ ਨੇ ਅੱਜ ਜਿਹੜਾ ਮੈਂ ਚੈਲੰਜ ਕਰ ਰਿਹਾ, ਜਿੰਨੇ ਵੀ ਪੇਸ਼ੈਂਟ ਹੈਗੇ, ਮੈਂ ਵੀ ਵਿੱਚੇ ਹੈਗਾ ਵਾਂ ਜੀ, ਮੈਂ ਵੀ ਆਪਣੇ ਆਪ ਨੂੰ ਵਿੱਚੇ ਲੈਣਾ, ਮੈਂ ਬਾਹਰ ਨਹੀਂ ਜਾਂਦਾ।
क्या सबने सैर शुरू कर दी, चिंता छड़ दी, ठीक है ना, डाइट ते कंट्रोल कर लिया, कोई कंट्रोल नहीं करता। अज अगर साडा देश का हर नागरिक जागरूक हो जाए ना कि मैं अपनी बॉडी को फिट रखने वास्ते यह करना है और मैं अपने ते अप्लाई करना है, कोई रोगी नहीं होएगा, कोई कुछ नहीं होएगा, सारे फिट होंगे जी, बट उन्होंने अप्लाई करना पड़ेगा जी। ਜਿਵੇਂ ਤੁਸੀਂ ਕਿਹਾ ਕਿ ਤੁਸੀਂ ਕੈਂਪ ਵੀ ਲਗਾਉਂਦੇ ਹੋ ਸੈਟਰਡੇ ਸੰਡੇ ਤੇ ਤੁਹਾਨੂੰ ਮਤਲਬ ਜੋ ਸੰਗਤ ਆਉਂਦੀ ਹੈ ਉਹਨਾਂ ਤੋਂ ਕਾਫੀ ਮਤਲਬ ਉਨ ਲੋਕਾਂ ਨੂੰ ਕਾਫੀ ਹੁਣ ਤੱਕ ਆਰਾਮ ਆਇਆ ਜਿਵੇਂ ਤੁਸੀਂ ਕੈਂਪ ਜਾਂ ਕੋਈ ਜਿੰਨੇ ਵੀ ਲਗਾਇਆ ਤੇ ਲੋਕਾਂ ਦੀ ਕੀ ਮਤਲਬ ਕੀ ਤੁਹਾਨੂੰ ਸੰਗਤ ਵੱਲੋਂ ਰਿਸਪੌਂਸ ਇਹ ਤੇ ਸੇਵਾ 24/7 ਦੇ ਫੇਸਬੁੱਕ ਪੇਜ ਤੇ ਦੇਖ ਲਓ ਨਾ, ਜਿਵੇਂ ਜਿਵੇਂ ਉਹਨਾਂ ਨੂੰ ਆਰਾਮ ਆਇਆ, ਉਹਨਾਂ ਦੀ ਕੀ ਬਾਈਟ ਹੈਗੀ ਹੈ, ਜੋ ਵੀ ਹੈ ਤੁਹਾਡੇ ਗਲੋਬਲ ਮੀਡੀਆ ਤੋਂ ਜੋ ਵੀ ਦੇਖ ਰਹੇ ਨੇ ਵੀਡੀਓ, ਉਹ ਸੇਵਾ 24/7 ਟਰਸਟ YouTube ਚੈਨਲ ਹੈ ਔਰ ਸੇਵਾ 24/7 ਫੇਸਬੁੱਕ ਚੈਨਲ ਹੈ, ਇੰਸਟਾਗ੍ਰam ਚੈਨਲ ਹੈ, ਉਹਦੇ ਉੱਤੇ ਸਾਡੇ ਹਰ ਪੇਸ਼ੈਂਟ ਦਾ ਵੀ ਕੱਲ ਹੀ ਸਾਡੇ ਪਟਨਾ ਤੋਂ ਪੇਸ਼ੈਂਟ ਆਏ ਸੀ 12 ਸਾਲ ਤੋਂ ਪੇਸ਼ੈਂਟ 12 ਸਾਲ ਤੋਂ ਇਵਨ ਗੰਗਾ ਰਾਮ ਤੇ ਵੀ ਉਹਨੇ ਸਾਡੇ ਜਦੋਂ ਸਾਡਾ ਵੀ ਦੇਖਿਆ ਗੰਗਾ ਰਾਮ ਦੇ ਵਿੱਚ ਵੀ 60000 ਰੁਪਏ ਲਗਾ ਕੇ ਆਇਆ ਜੀ ਔਰ ਉਹਨੇ 4 ਸੀਟਿੰਗ ਦੇ ਵਿੱਚ ਉਹਦੇ ਵਿਊਜ਼ ਹੈਗੇ ਨੇ ਔਰ ਮੈਂ ਬਿਲਕੁਲ ਸਹੀ ਹਾਂ ਜੀ। ਜੋ 12 ਸਾਲ ਤੋਂ ਮੈਂ 12 ਸਾਲ ਤੋਂ ਟੈਬਲੇਟ ਖਾ ਰਹੀ ਹਾਂ, ਟੈਬਲੇਟ ਨਾ ਖਾਵਾਂ ਤਾਂ ਮੇਰਾ ਦਰਦ ਸ਼ੁਰੂ ਹੋ ਜਾਂਦੀ ਹੈ। ਉਹ ਲੇਡੀਜ਼ ਇੱਥੇ 5 ਦਿਨ ਇੱਥੇ ਰਹੀ ਹੈ, 5 ਦਿਨ ਉਹਨੇ ਟੈਬਲੇਟ ਨਹੀਂ ਖਾਧੀ ਜੀ ਔਰ ਆਪਣੇ ਆਪ ਨੂੰ ਬਿਲਕੁਲ ਫਿੱਟ ਗਿਆ ਜੀ। ਹੁਣ ਮੈਂ ਤੇ ਆਪਣੇ ਬਿਆਨ ਮੈਂ ਕਿਵੇਂ ਕਹਾਂ ਕਿ ਮੈਂ ਬਿਲਕੁਲ ਫਿੱਟ ਹੋਇਆ। ਤੁਸੀਂ ਸੇਵਾ ਜੋ ਵੀ ਇਹ ਚੈਨਲ ਦੇਖ ਰਹੇ ਨੇ ਉਹ ਸੇਵਾ 24/7 ਦੇ ਫੇਸਬੁੱਕ ਪੇਜ ਤੇ ਜਾਣ, ਸੇਵਾ 24/7 ਦੇ YouTube ਚੈਨਲ ਤੇ ਜਾਣ, ਉੱਥੇ ਜਿਹੜੇ ਆਪਣਾ ਪੇਸ਼ੈਂਟ ਦੇ ਆਪਣਾ ਵਿਊਜ਼ ਹੈਗੇ ਨੇ ਉਹਨੂੰ ਫਾਲੋ ਕਰਨ, ਉਸ ਤੋਂ ਬਾਅਦ ਐਕੋ ਪ੍ਰੈਸ਼ਰ ਦੇ ਨਾਲ ਜੁੜਨ। ਸਾਡੀ ਜਿਹੜੀ ਯੂਥ ਹੈ ਚਾਹੇ ਉਹ ਬਾਹਰ ਫੋਰਨ ਵਿੱਚ ਰਹਿ ਰਹੀ ਹੈ, ਸੰਗਤ ਰਹਿ ਰਹੀ ਹੈ ਔਰ ਜਿਹੜੇ ਇੰਡੀਆ ਦੇ ਵਿੱਚ ਸਾਡੇ ਯੂਥ ਬੱਚੇ ਹੈ ਜਾਂ ਕੋਈ ਵੀ ਜਨਰੇਸ਼ਨ ਹੈ ਉਹਨਾਂ ਨੂੰ ਤੁਸੀਂ ਕੋਈ ਸੰਦੇਸ਼ ਦੇਣਾ ਚਾਹੋਗੇ ਜੋ ਜਿਨ੍ਹਾਂ ਨੂੰ ਨੌਲੇਜ ਨਹੀਂ ਹੈ, ਜੋ ਵੀ ਹਜੇ ਅਵੇਅਰ ਨਹੀਂ ਹੈ ਇਸ ਬਾਰੇ ਕਿ ਇਹ ਚੀਜ਼ ਨਾਲ ਵੀ ਟ੍ਰੀਟਮੈਂਟ ਹੋ ਸਕਦਾ ਹੈ, ਜਿਵੇਂ ਕੋਈ ਕਈ ਲੋਕਾਂ ਨੂੰ ਹਜੇ ਵੀ ਨਹੀਂ ਪਤਾ ਤੇ ਮੀਨਸ ਕਿ ਜੋ ਮੇਰਾ ਭਾਂਜਾ ਹੈ ਸਿਮਰਜੀਤ ਸਿੰਘ ਔਰ ਮੇਰੀ ਬੇਟੀ ਦਮਨਪ੍ਰੀਤ ਕੌਰ ਔਰ ਡਾਕਟਰ ਸਾਹਿਬ ਦੇ ਬੇਟੇ ਨੇ ਰਮਨੀਕ ਸਿੰਘ ਬਜਾਜ, ਇਹ ਤਿੰਨੋਂ ਕੈਨੇਡਾ ਗਏ ਨੇ। ਬਜਾਜ ਰਮਨੀਕ ਸਿੰਘ ਬਜਾਜ ਦਾ ਬੇਟਾ ਤਾਂ ਹੁਣੇ ਗਿਆ। ਮੇਰੀ ਸਵੇਰੇ ਆਪਣੇ ਭਾਂਜੇ ਨਾਲ ਗੱਲ ਹੋਈ ਸੀ, ਕਹਿੰਦੇ ਮਾਮਾ ਜੀ ਤੁਸੀਂ ਇੱਥੇ ਆਓ, ਇੱਥੇ ਸਾਡੇ ਬੰਦੇ ਬਹੁਤ ਪਰੇਸ਼ਾਨ ਨੇ, ਮੈਂ ਫਿਰ ਦੁਬਾਰਾ ਮੇਰੀ ਪੀਆਰ ਆ ਜਾਏਗੀ 2-3 ਦਿਨਾਂ 'ਚ, ਮੈਂ ਉੱਥੇ ਆਵਾਂਗਾ ਪੂਰਾ ਐਕੋ ਪ੍ਰੈਸ਼ਰ ਦਾ। ਪਹਿਲੇ ਤੇ ਅਸੀਂ ਸਿੱਖ ਕੇ ਗਏ ਨੇ ਇੱਥੋਂ ਦੀ, ਪਰ ਉਹ ਸਟੱਡੀ ਦੇ ਕਾਰਨ ਉੱਥੇ ਪ੍ਰੈਕਟਿਸ ਨਹੀਂ ਕਰ ਪਾਏ। ਉਹ ਮੇਰੇ ਦੋਨੋਂ ਬੱਚੇ ਇੱਥੇ ਵਾਪਸ ਆ ਰਹੇ ਨੇ ਪੀਆਰ ਲੈਣ ਤੋਂ ਬਾਅਦ, ਵਿਦਿਨ 6 ਮੰਥ ਦੇ ਅੰਦਰ ਅੰਦਰ ਉਹ ਉੱਥੋਂ ਸਿੱਖਣਗੇ, ਪੂਰਾ ਕੋਰਸ ਕਰਨਗੇ, ਉਸ ਤੋਂ ਬਾਅਦ ਆਪਾਂ ਉੱਥੇ ਜਾਵਾਂਗੇ ਔਰ ਪੂਰਾ ਜਾਗਰੂਕ ਕਰਾਂਗੇ। ਕਹਿੰਦੇ ਜਿੱਥੇ ਉਹਨਾਂ ਨੇ 350-400 ਬੰਦੇ ਦਾ ਗਰੁੱਪ ਬਣਾਇਆ ਹੋਇਆ, ਮੇਰੇ ਭਾਂਜੇ ਨੇ ਕੀਰਤਨ ਕਰਦੇ ਨੇ, ਕਹਿੰਦੇ ਉਹਦੇ ਵਿੱਚ ਆਪਾਂ ਪਹਿਲਾਂ ਜਾਗਰੂਕ, ਕਿਉਂਕਿ ਮੈਂ ਅਜੇ ਪੂਰਾ ਪ੍ਰਿਪੇਅਰ ਨਹੀਂ ਆ, ਪੂਰਾ ਜਾਗਰੂਕਤਾ ਲਿਆਵਾਂਗੇ ਔਰ ਆਪਾਂ ਸਭ ਨੂੰ ਐਕੋ ਪ੍ਰੈਸ਼ਰ ਦੇ ਨਾਲ ਜੋੜਾਂਗੇ ਕਿ ਬਿਨਾਂ ਦਵਾਈਆਂ ਤੋਂ ਵੀ ਇਲਾਜ ਹੋ ਸਕਦਾ ਹੈ। ਇਹ ਆਉਣ ਵਾਲੇ ਕੋਈ 6 ਮਹੀਨੇ ਜਾਂ 1 ਸਾਲ ਦੇ ਅੰਦਰ ਅੰਦਰ ਆਪਾਂ ਇਹਦੀ ਕਾਰਵਾਈ ਫੋਰਨ ਦੇ ਵਿੱਚ ਵੀ ਚਾਲੂ ਕਰ ਰਹੇ ਹਾਂ। ਬਾਕੀ ਸਾਡੇ ਬੜੇ ਸਬਸਕ੍ਰਾਈਬਰ ਨੇ ਜੋ ਕਿ ਫੋਰਨ ਦੇ ਵਿੱਚ ਬੈਠੇ ਵੀ ਸਾਡਾ ਚੈਨਲ ਦੇਖ ਰਹੇ ਨੇ। ਕਿਉਂਕਿ ਉਹੀ ਗੱਲ ਹੈ ਨਾ ਸਰ, ਕਿਉਂਕਿ ਯੂਥ ਨੂੰ ਅਗਰ ਯੂਥ ਹੀ ਜਾਗਰੂਕ ਰਹੇਗਾ, ਯੂਥ ਨੂੰ ਅਸੀਂ ਇਹ ਚੀਜ਼ ਸਿਖਾਵਾਂਗੇ ਤਾਂ ਕਿ ਉਹ ਅਵੇਅਰ ਕਰ ਸਕੇਗਾ, ਲੋਕਾਂ ਨਾਲ ਟਾਈਮ ਟ੍ਰੀਟਮੈਂਟ ਕਰ ਸਕੇਗਾ, ਉਹਨਾਂ ਨੂੰ ਦੱਸ ਸਕੇਗਾ ਕਿ ਮੈਡੀਸਿਨ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਹਦੀ ਅਵੇਅਰ ਦਿੱਲੀ ਦੇ ਦੇਖੋ, ਇਹਦੀ ਅਵੇਅਰ ਤੇ ਮੀਡੀਆ ਤੋਂ ਨਹੀਂ ਹੈ ਸਰ, ਪਰ ਜਿਵੇਂ ਦਿੱਲੀ ਦੇ ਵਿੱਚ ਵੀ ਕਹਿ ਲਓ ਕਿਉਂਕਿ ਬੱਚੇ, ਕਿਉਂਕਿ ਅੱਜ ਕੱਲ੍ਹ ਦੀ ਜਨਰੇਸ਼ਨ ਹੈ ਉਸ ਨਿਆ ਸਿੱਖਣ ਨੂੰ ਉਹਨਾਂ ਨੂੰ ਬਹੁਤ ਕ੍ਰੇਜ਼ੀ ਰਹਿੰਦੀ ਹੈ ਕਿ ਹਾਂ ਅਸੀਂ ਕੁਝ ਨਿਆ ਕਰਨਾ ਹੈ। ਤੇ ਅਗਰ ਅਸੀਂ ਮੈਡੀਸਿਨ, ਕਿਉਂਕਿ ਅੱਜ ਕੱਲ੍ਹ ਦੀ ਐਂਜ਼ਾਈਟੀ ਅੱਜ ਕੱਲ੍ਹ ਬੱਚਿਆਂ ਵਿੱਚ ਹੀ ਬਹੁਤ ਐਂਜ਼ਾਈਟੀ। ਨਹੀਂ ਚਲੋ ਮੈਂ ਤੁਹਾਡੇ ਨਾਲ ਮੈਂ ਗਲੋਬਲ ਮੀਡੀਆ ਤੇ ਇੱਕ ਮੈਸੇਜ ਦੇਣਾ ਚਾਹਾਂਗਾ, ਜਿਹੜੇ ਜਿਸਨੇ ਪੂਰੀ ਵੀਡੀਓ ਐਂਡ ਤੱਕ ਦੇਖੀ ਹੋਏਗੀ, ਸਾਡੀ ਮੀਡੀਆ ਨੇ ਕਿਸੇ ਨੇ ਬਾਹ ਨਹੀਂ ਫੜੀ ਸਾਡੀ ਤੇ, ਠੀਕ ਹੈ। ਚਲੋ ਅੱਜ ਤੁਸੀਂ ਸਾਡਾ ਇੰਟਰਵਿਊ ਲੈਣ ਆਏ ਹੋ, ਅਸੀਂ ਸਾਰੇ ਮੀਡੀਆ ਨੂੰ ਫੋਨ ਕਰ ਕਰਕੇ ਪਰੇਸ਼ਾਨ ਹੋ ਗਏ ਕਿ ਸਾਡੀ ਇੱਕ ਕਵਰੇਜ ਲੈ ਲਓ ਕਿ ਇਹ ਪੈਥੀ ਸਾਡੀ ਨਾ ਲਵੋ, ਪੈਥੀ ਨੂੰ ਘਰ ਘਰ ਪਹੁੰਚਾ ਦਿਓ। ਜੋ ਵੀ ਹੈ ਦੇਖ ਰਹੇ ਨੇ, ਚਾਹੇ ਉਹ ਮੀਡੀਆ ਗਰੁੱਪ ਵਾਲੇ ਹੋਣ ਜਾਂ ਜਿਨ੍ਹਾਂ ਦਾ ਕਿਸੇ ਮੀਡੀਆ ਦੇ ਨਾਲ ਲਿੰਕ ਹੋਵੇ, ਉਹ ਸਾਡੇ ਤੇ ਮੇਰੇ ਆਪਣਾ ਫੋਨ ਨੰਬਰ 8377970045 ਔਰ 9212199718 ਤੇ ਆਪਣਾ ਦੇਖ ਕੇ ਆਪਣਾ ਸਾਡੀ ਵੀਡੀਓ ਸਾਨੂੰ ਸੰਪਰਕ ਕਰ ਸਕਦੇ ਨੇ ਔਰ ਸਾਡੇ ਕੋਲ ਸਿੱਖਣਾ ਚਾਹਣ, ਜੋ ਸਾਡੀ ਕੋਈ ਮਦਦ ਕਰ ਸਕਦਾ। ਸਾਨੂੰ ਫਾਈਨੈਂਸ਼ਲੀ ਕੋਈ ਮਦਦ ਨਹੀਂ ਚਾਹੀਦੀ, ਕਿਸੇ ਦੇ ਮਨ 'ਚ ਹੋਵੇ ਕਿ ਇਹ ਪੈਸੇ ਵਾਸਤੇ ਇਕੱਠਾ ਕਰੇ, ਸਾਨੂੰ ਪੈਸਾ ਕੋਈ ਨਹੀਂ ਚਾਹੀਦਾ। ਸਾਨੂੰ ਤੇ ਇਹ ਜਿਹੜੀ ਪੈਥੀ ਹੈਗੀ ਹੈ ਘਰ ਘਰ ਪਹੁੰਚਾ ਦਿਓ, ਉਹ ਭਾਵੇਂ ਮੀਡੀਆ ਪਹੁੰਚਾਵੇ, ਭਾਵੇਂ ਆਮ ਇੱਕ ਬੰਦਾ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਪਹੁੰਚਾਵੇ, ਜਿਵੇਂ ਮਰਜ਼ੀ ਪਹੁੰਚਾਵੇ ਜੀ। ਸਾਡੀ ਤੇ ਇਹੋ ਹੀ ਬੇਨਤੀ ਹੈ ਕਿ ਸਾਨੂੰ ਬਸ ਆਪਾਂ ਇਸ ਪੈਥੀ ਨੂੰ ਘਰ ਘਰ ਪਹੁੰਚਾਉਣਾ ਹੈ, ਸਾਡਾ ਮਿਸ਼ਨ ਹੈ। ਕਿਉਂਕਿ ਇਸ ਬਾਰੇ ਲੋਕਾਂ ਨੂੰ ਹਜੇ ਅਵੇਅਰ ਨਹੀਂ ਹੈ, ਕਿਉਂਕਿ ਉਹ ਲੋਕ ਸੋਚਦੇ ਹਨ ਆਰਾਮ ਆਏਗਾ ਨਹੀਂ ਆਏਗਾ, ਤੇ ਮੈਡੀਸਿਨ 'ਚ ਜੋ ਇਤਨਾ ਖਰਚਾ ਉਹ ਕਰਦੇ ਹੈ ਕਿ ਇੱਕ ਦਵਾਈ ਲੈਂਦੇ ਹੈ, ਉਹਦੇ ਨਾਲ ਉਹਨਾਂ ਨੂੰ ਇਹ ਹੁੰਦਾ ਕਿ ਅੱਜ ਰਿਲੀਫ ਹੋ ਗਿਆ ਕੱਲ ਨਹੀਂ ਹੋਇਆ। ਤਾਂ ਇਹੀ ਅਸੀਂ ਕਹਿਣਾ ਚਾਹੁੰਦੇ ਹਾਂ। ਅੱਜ ਤੋਂ 5-7 ਸਾਲ ਪਹਿਲੇ ਸਾਡੇ ਕੋਲ 40-45 ਪੇਸ਼ੈਂਟ ਸੀਗੇ ਰੋਜ਼ ਦੇ, ਹਾਂਜੀ ਅੱਜ ਅਗਰ 200 ਪਹੁੰਚੇ ਨੇ ਪਰ ਡੇ ਦੇ। ਅਗਰ ਕੈਂਪ ਵਿੱਚ ਜਾਣੇ ਤੇ 500-500 ਦੀ ਅਟੈਂਡੈਂਸ ਹੈਗੀ ਹੈ ਜੀ। ਉਹ ਅਵੇਅਰਨੈਸ ਦਾ ਇੱਕ ਛੋਟਾ ਜਿਹਾ ਰੂਪ ਹੈ, ਸਟੈਪ ਬਾਈ ਸਟੈਪ ਵੀ ਬੰਦਾ ਚੱਲਦਾ ਹੈ। ਔਰ ਜਿਹੜਾ ਮੇਨ ਹੈਗਾ ਨਾ, ਅਸੀਂ ਯੂਥ ਨੂੰ ਅਵੇਅਰ ਕੀਤਾ, ਉਸ ਤੋਂ ਬਾਅਦ ਮੈਂ ਕੋਰਸ ਡਾਇਰੈਕਟਰ ਔਰ ਬੱਚਿਆਂ ਨੂੰ ਸਿਖਾ ਰਿਹਾ। ਉਹਨਾਂ ਨੂੰ ਅਸੀਂ ਕਹਿੰਦੇ ਅਸੀਂ ਤੁਹਾਨੂੰ ਸਿਖਾ ਕੇ ਕੀ ਸਿਖਾਉਣਾ ਚਾਹੁੰਦੇ ਹਾਂ ਕਿ ਤੁਸੀਂ ਇਸ ਪੈਥੀ ਨੂੰ ਘਰ ਘਰ ਪਹੁੰਚਾਓ।
ਅਸੀਂ ਇਹ ਨਹੀਂ ਕਹਿ ਰਹੇ ਜੀ ਤੁਸੀਂ ਕਿਸੇ ਵੀ ਪੈਸੇ ਨੂੰ ਅਗੇਂਸਟ ਹੋ ਜਾਓ, ਅਸੀਂ ਕਿਸੇ ਪੈਸੇ ਦੇ ਅਗੇਂਸਟ ਨਹੀਂ ਹਾਂ। ਹਰ ਚੀਜ਼ ਦੇ ਵਿੱਚ ਕਿਸੇ ਨਾ ਕਿਸੇ ਦੀ ਐਕਸ ਹੈਲਪ ਲੈਣੀ ਪੈਂਦੀ ਹੈ। ਅਗਰ ਇਸ ਦੇ ਨਾਲ ਤੁਹਾਡੇ ਜ਼ਿਆਦਾ ਤੋਂ ਜ਼ਿਆਦਾ ਰੋਗ ਕੱਟੇ ਜਾ ਸਕਦੇ ਨੇ ਐਕਿਊਪ੍ਰੈਸ਼ਰ ਨਾਲ, ਜਿਹਦਾ ਕਿ ਕੋਈ ਸਾਈਡ ਇਫੈਕਟ ਨਹੀਂ ਹੈ, ਤੁਸੀਂ ਇਹਨੂੰ ਵੀ ਨਾਲ ਅਡਾਪਟ ਕਰੋ ਔਰ ਇਹਨੂੰ ਪ੍ਰਾਇੋਰਟੀ ਤੇ ਰੱਖਿਆ ਜਾਏ। ਅਗਰ ਤੁਸੀਂ ਪਹਿਲੇ ਇਹਨੂੰ ਲੈ ਲੈਂਦੇ ਹੋ, ਤੁਹਾਨੂੰ ਨਹੀਂ ਰਿਲੈਕਸ ਮਿਲਦਾ, ਤਦ ਤੁਸੀਂ ਉੱਤੇ ਜਾਓ। ਜਦ ਕਿ ਦੂਸਰੀ ਜਗ੍ਹਾ ਪਾਸੇ ਹੈਗਾ, ਹਰ ਬੰਦਾ ਪਹਿਲੇ ਮੈਡੀਕਲ ਲਾਈਨ ਦੇ ਵਿੱਚ ਵੜਦਾ, ਪਹਿਲੇ ਮੈਂ ਮੈਡੀਸਨ ਲੈ ਲਵਾਂ। ਮੈਡੀਸਨ ਵੀ ਕੋਈ ਵੀ 100% ਕਿਉਂ ਨਹੀਂ ਕਰ ਸਕਦੀ। ਅਗਰ ਕੋਈ ਇੱਕ ਦਿਨ ਦੀ ਸ਼ੂਗਰ ਦੀ ਗੋਲੀ ਖਾ ਕੇ ਸਾਰੀ ਉਮਰ ਲਈ ਆਪਣੀ ਸ਼ੂਗਰ ਠੀਕ ਕਰ ਲੇ, ਤੇ ਸਾਨੂੰ ਲੋੜ ਹੀ ਨਹੀਂ, ਅਸੀਂ ਬੰਦ ਕਰਦੇ ਨਹੀਂ ਹੋ, ਅਸੀਂ ਵੀ ਦਵਾਈਆਂ ਨਾਲ ਚਾਲੂ ਕਰ ਲੈਂਦੇ ਹਾਂ। ਬਿਲਕੁਲ ਹੈ। ਤੇ ਯੂਥ ਮੇਰਾ ਸਭ ਤੋਂ ਜ਼ਿਆਦਾ ਇਸ ਟਾਈਮ ਸਟੂਡੈਂਟ ਮੇਰਾ ਯੂਥ ਹੈ। ਔਰ ਕਿਸੇ ਯੂਥ ਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਜੇ ਤੁਸੀਂ ਡਾਕਟਰ ਬਣੋ, ਅਸੀਂ ਕਹਿੰਦੇ ਸੇਵਾਦਾਰ ਬਣੋ। ਹੁਣ ਸੇਵਾਦਾਰ ਦਾ ਮਤਲਬ ਇਹ ਨਹੀਂ ਹੈ ਕਿ ਫ੍ਰੀ ਕਰੀ ਜਾਓ, ਤੁਸੀਂ ਇਹਨੂੰ ਰੋਜ਼ਗਾਰ ਬਣਾਓ, ਲੇਕਿਨ ਬਹੁਤ ਨੋਮੀਨਲ ਚਾਰਜਿਸ ਦੇ ਵਿੱਚ ਇਹਨੂੰ ਸਟਾਰਟ ਕੀਤਾ ਜਾਏ ਔਰ ਘਰ ਘਰ ਇਸ ਪੈਥੀ ਨੂੰ ਪਹੁੰਚਾਇਆ ਜਾਏ। ਜਿਸ ਤਰ੍ਹਾਂ ਪਹਿਲੇ ਮੇਰੇ ਫਾਲੋਵਰ ਅਗਰ 20 ਸੀਗੇ ਤੇ ਅੱਜ 20,000 ਨੇ, ਐਗਜ਼ਾਮਪਲ ਹੈ, 20,000 ਪਲੱਸ ਹੀ ਨੇ, ਘੱਟ ਨਹੀਂ ਹੈਗੇ। ਅਗਰ ਅਸੀਂ ਕੋਈ ਵੀਡੀਓ ਬਣਾਈ ਕਿਸੇ ਚੀਜ਼ ਦੇ ਉੱਤੇ, ਮੰਨ ਲਓ ਮੈਂ ਕਿਸੇ ਬੈਕ ਪੇਨ ਦੇ ਲਈ ਜਾਂ ਸ਼ੈਟਿਕਾ ਦੇ ਲਈ ਬਣਾਈ, ਬਿਨਾਂ ਕਿਸੇ ਟੈਨਸ਼ਨ ਤੇ ਤੁਸੀਂ ਖੁਦ, ਬੜੀ ਈਜ਼ੀ ਹੈਗੀ ਹੈ, ਤੁਸੀਂ 3 ਦਿਨ ਬਿਨਾਂ ਉਹਦੇ ਮੇਰੀ ਹੈਲਪ ਦੇ ਬਿਨਾਂ, ਨਹੀਂ ਕਿ ਮੈਂ ਹੀ ਕਰ ਸਕਦਾ। ਵੀ ਆਰ ਨਾਟ ਪ੍ਰਮੋਟਿੰਗ ਅ ਪਰਸਨ, ਅਗੇਨ ਐਂਡ ਅਗੇਨ ਵੀ ਆਰ ਸੇਇੰਗ ਵੀ ਆਰ ਪ੍ਰਮੋਟਿੰਗ ਦਿਸ ਪੈਥੀ, ਜੋ ਕਿ ਮੇਰੀ ਬਣਾਈ ਹੋਈ ਬਿਲਕੁਲ ਨਹੀਂ ਹੈ। ਸਾਨੂੰ ਇਸ ਦਾ ਗਿਆਨ ਮਿਲਿਆ ਕਿਉਂਕਿ ਸਾਡੇ ਪਿਓ ਦਾਦਿਆਂ ਨੇ ਇਸ ਪੈਥੀ ਨੂੰ ਫੜਿਆ। ਹਰ ਬੰਦਾ ਕਿਸੇ ਨਾ ਕਿਸੇ ਪੈਥੀ ਦਾ ਗਿਆਨ ਰੱਖਦਾ ਹੈ, ਹਰ ਬੰਦਾ ਕਿਸੇ ਨਾ ਕਿਸੇ ਤਰੀਕੇ ਆਪਣੇ ਆਪ ਨੂੰ ਟ੍ਰੀਟ ਕਰਦਾ ਹੈ। ਕੁੱਤਾ ਵੀ ਬਿਮਾਰ ਪੈਂਦਾ ਤੇ ਘਾਹ ਖਾਂਦਾ, ਅਦਰਵਾਈਜ਼ ਉਹ ਘਾਹ ਨਹੀਂ ਖਾਂਦਾ। ਹਰ ਇਨਸਾਨ ਨੂੰ ਇਹ ਗਿਆਨ ਹੈ ਕਿ ਮੈਂ ਕਿਸ ਚੀਜ਼ ਦਾ ਇਲਾਜ ਲੈਣਾ ਹੈ। ਸਿਰਫ ਇਸ ਪੈਥੀ ਨੂੰ ਪ੍ਰਮੋਟ ਕਰਨ ਦੇ ਲਈ ਅਸੀਂ ਬੜੀ ਮਿਹਨਤ ਕੀਤੀ ਹੈ। ਬਾਰ-ਬਾਰ ਅਸੀਂ ਕਹਿੰਦੇ ਹਾਂ, ਇਹ ਨਹੀਂ ਕਿ ਸਿਰਫ ਦੁਨੀਆ 'ਚ ਮੈਂ ਹੀ ਹੈਗਾ ਜੋ ਇਸ ਦੁਨੀਆ ਨੂੰ ਟ੍ਰੀਟ ਕਰ ਸਕਦਾ। ਸਾਰੀ ਦੁਨੀਆ ਘਰ ਬੈਠੇ ਬੈਠੇ ਸਾਡੇ ਸਿਰਫ YouTube ਚੈਨਲ ਜਾਂ ਸਾਡੇ ਦੱਸੇ ਹੋਏ ਮਾਰਗ ਦੇ ਇਹ ਪੁਆਇੰਟਾਂ ਦੇ ਰਸਤੇ ਹਰ ਸਰੀਰ ਦੇ ਹਰ ਤਕਲੀਫ ਦਾ ਇਲਾਜ ਕਰ ਸਕਦਾ ਹੈ। ਯੂਥ ਹੀ ਹੈ ਅੱਗੇ ਵਧੇ ਤਾਂ ਹੀ ਹੋਏਗਾ, ਕਿਉਂਕਿ ਜਿਤਨੇ ਪੁਰਾਣੇ ਨੇ ਉਹਨਾਂ ਦੇ ਸਬਰ ਬੜਾ ਘੱਟ ਹੈ। ਯੂਥ ਔਰ ਮੀਡੀਆ ਅੱਗੇ ਵਧੇ। ਤੇ ਮੈਂ ਆਖਰੀ ਵਿੱਚ ਤੁਹਾਨੂੰ ਇੱਕ ਜਵਾਬ ਦਵਾਂਗਾ, ਅਗਰ ਗੁਰੂ ਪਰਮਾਤਮਾ ਦਾ ਓਟ ਆਸਰਾ ਲੈ ਕੇ ਆਪਾਂ ਸਾਰਾ ਕੰਮ ਕਰਦੇ हैं, कहते हैं हम दवा करते हैं लेकिन शफा देता है तू, हम दवा करते हैं लेकिन शफा देता है तू, मिट्टी में भी अक्सीर के जौहर दिखा देता है तू। अगर तेरी रहमत से जहर में भी शफा मौजूद है, अगर ना हो तेरी रहमत तो तारीख भी बेसूर है। तारीख कहते हैं संजीवनी बूटी ਨੂੰ, अगर ਉਹਦੀ ਰਹਿਮਤ ਨਾ ਹੋਵੇ ਨਾ ਤਾਂ ਸੰਜੀਵਨੀ ਬੂਟੀ ਵੀ ਬੇਕਾਰ ਹੈ। ਇਹ ਸਭ ਉਹਦੀ ਕਿਰਪਾ ਹੈ, ਉਹਦੀ ਸਦਕਾ ਹੈ, ਉਹਦੀ ਰਹਿਮਤ ਹੈ ਜੋ ਸਾਡੇ ਕੋਲੋਂ ਕਰਾ ਰਿਹਾ। ਇੰਨੇ ਵਿਊਜ਼, ਇੰਨਾ ਸਬਸਕ੍ਰਾਈਬ, ਸਾਡੇ 25,000 ਫਾਲੋਅਰ ਨੇ ਫੇਸਬੁੱਕ ਪੇਜ ਤੇ। ਅਸੀਂ ਕਿਸੇ ਨੂੰ ਕੋਈ ਪੇ ਨਹੀਂ ਕੀਤਾ, ਜੈਨੂਇਨ ਸਾਡੇ ਫਾਲੋਅਰ ਨੇ। ਇਹ ਸਭ ਉਸ ਦੀ ਕਿਰਪਾ ਹੈ, ਉਹ ਸਾਡੇ ਕੋਲ ਕਰਾ ਰਿਹਾ, ਠੀਕ ਹੈ ਨਾ। ਤੇ ਆਪਾਂ ਸਾਡੀ ਵੀ ਇੱਕੋ ਹੀ ਅਰਦਾਸ ਹੈ, ਨਾ ਹਮ ਕੀਆ ਨਾ ਕरेंगे ਨਾ ਕਰ ਸਕੇ ਸ਼ਰੀਰ, क्या जानू कि छर किया भयो कबीर कबीर। ਇਹ ਸਭ ਪਰਮਾਤਮਾ ਕਰਾਉਣ ਵਾਲਾ, ਪਰਮਾਤਮਾ ਹੀ ਕਰਾਏਗਾ। ਇਹੋ ਹੀ ਅੱਗੇ ਸਾਨੂੰ ਯੂਥ ਨੂੰ ਜਾਗਰੂਕ ਕਰੇਗਾ। ਅਸੀਂ ਜਿੰਨਾ ਮਰਜ਼ੀ ਹੋਕਾ ਦੇ ਦਈਏ, ਜਦੋਂ ਉਹਦੀ ਕਿਰਪਾ ਹੋਏਗੀ ਯੂਥ ਵੀ ਜਾਗਰੂਕ ਹੋ ਜਾਏਗਾ। ਜਦੋਂ ਉਹਦੀ ਕਿਰਪਾ ਹੋਏਗੀ ਤੇ ਪੈਥੀ ਘਰ ਘਰ ਵੀ ਪਹੁੰਚ ਜਾਏਗੀ। ਸਾਡੀ ਅਰਦਾਸ ਹੈ ਕਿ ਐਵੇਂ ਮੀਡੀਆ ਔਰ ਸਾਰੇ ਯੂਥ ਸਾਡੇ ਨਾਲ ਜੁੜ ਜਾਵੇ ਤੇ ਅਸੀਂ ਇੱਕ ਨਵੇਂ ਭਾਰਤ ਦਾ ਸੰਕਲਪ ਕਰ ਸਕੀਏ, ਬਿਨਾਂ ਦਵਾਈਆਂ ਤੋਂ ਇਲਾਜ ਕਰ ਸਕੀਏ ਔਰ ਬੇਰੋਜ਼ਗਾਰ ਨੂੰ ਰੋਜ਼ਗਾਰ ਦਿਵਾ ਸਕੀਏ। ਸਾਡੇ ਇਹੋ ਹੀ ਮਿਸ਼ਨ ਹੈ, ਇਹੋ ਹੀ ਅੱਗੇ ਲੈ ਕੇ ਚੱਲਣਾ ਹੈ। ਸਾਡਾ ਸਭ ਤੋਂ ਪਹਿਲਾਂ ਜਿਹੜਾ ਸੈਂਟਰ ਖੁੱਲਿਆ ਸੀਗਾ ਸ਼ਾਹਬਾਦ ਮਾਰਕੰਡੇ ਖੁੱਲਿਆ ਸੀਗਾ, ਜਿਹਦੇ ਵਿੱਚ 2 ਮੈਂ ਸਟੂਡੈਂਟ ਵਰਡ ਕਹਿ ਰਿਹਾ ਵਾਂ ਕਿਉਂਕਿ ਉਹਨਾਂ ਨੇ ਮੇਰੇ ਤੋਂ ਸਿੱਖਿਆ ਨਹੀਂ, ਨਹੀਂ ਤੇ ਅਦਰਵਾਈਜ਼ ਉਹਨਾਂ ਦੀ ਉਮਰ ਮੇਰੇ ਪਿਓ ਤੋਂ ਵੀ ਵੱਡੀ। ਮੈਂ ਬੜਾ ਹੈਰਾਨ ਹੋਣਾ ਇਹ ਗੱਲ ਕਹਿੰਦੇ ਹੋਏ, ਉਹ ਜਦੋਂ ਮੈਨੂੰ ਇਹ ਗੱਲ ਕਹਿੰਦੇ ਨੇ ਤੇ ਪਹਿਲੀ ਉਮਰ ਜਿਹੜਾ ਪਹਿਲਾ ਸਟੂਡੈਂਟ ਹੈਗੇ ਜੀ ਉਹ 71 ਈਅਰ ਸਿਰਫ, ਤੇ ਦੂਜਾ ਜਿਹੜਾ 82। ਸ਼ਾਹਬਾਦ ਮਾਰਕੰਡੇ ਯਾਨੀ ਸਾਹਿਬ ਸਿੰਘ ਜੀ ਦੇ ਉੱਥੇ ਜਿਹੜਾ ਕਿ ਸਾਡਾ ਸਭ ਤੋਂ ਪਹਿਲਾ ਕੈਂਪ ਲੱਗੇ ਸੀਗੇ, ਉੱਥੇ ਹੀ ਲੱਗੇ ਸੀਗੇ। ਤੇ ਸਾਡਾ ਇਹ ਉਪਰਾਲਾ ਜਾਂ ਇਸ ਸੇਵਾ ਨੂੰ ਮੁੱਢ ਲੈ ਕੇ ਬਾਹਰ ਨਿਕਾਲਣ ਦਾ ਸਭ ਤੋਂ ਪਹਿਲਾਂ ਉਹਨਾਂ ਦਾ ਹੀ ਯਾਨੀ ਸਾਹਿਬ ਸਿੰਘ ਜੀ ਮਾਰਕੰਡੇ ਵਾਲੇ, ਜਿਹੜੇ ਸਾਡੇ ਬੜੇ ਸਿੱਖੀ ਦੇ ਬਹੁਤ ਵੱਡੇ ਇਸ ਟਾਈਮ ਤੁਹਾਡੇ ਦੇ ਮੁੱਢ ਨੇ, ਉਹਨਾਂ ਨੇ ਸਾਨੂੰ ਚਾਲੂ ਕਰਾਇਆ ਸੀ। ਸਭ ਤੋਂ ਪਹਿਲਾ ਸੈਂਟਰ ਸਾਡਾ ਉਹ ਸੀਗਾ। ਔਰ ਜਿਹੜਾ ਲਾਸਟ ਨਵਾਂ ਹੁਣ ਖੁੱਲ ਰਿਹਾ ਹੈ ਕੱਲ੍ਹ ਔਰ ਪਰਸੋਂ, ਉਹ ਸਾਡਾ ਲੋਹਗੜ੍ਹ ਦੇ ਵਿੱਚ ਜ਼ੀਰਕਪੁਰ, ਜਿਹੜਾ ਸਾਡਾ ਸਿੱਖਿਆ ਹੋਇਆ ਸਟੂਡੈਂਟ, ਮੈਂ ਬਾਰ-ਬਾਰ ਸਟੂਡੈਂਟ ਵਰਡ ਇਸ ਲਈ ਕਹਾਂਗਾ ਕਿਉਂਕਿ ਜਦ ਸਾਡੇ ਨਾਲ ਬੈਠ ਗਿਆ, ਅਗਰ ਅਸੀਂ ਉਹਨੂੰ ਕੋਈ ਨਾਮ ਨਹੀਂ ਦਿਆਂਗੇ ਤੇ ਪਤਾ ਨਹੀਂ ਚੱਲੇਗਾ। ਜੋ ਵੀ ਸਾਡੇ ਕੋਲ ਆਉਂਦਾ ਹੈ ਕਿਸੇ ਨਾ ਕਿਸੇ ਰੂਪ ਵਿੱਚ, ਸਾਡਾ ਬੇਟਾ ਹੈ, ਭਰਾ ਹੈ, ਦੋਸਤ ਹੈ, ਜਿਸ ਤਰ੍ਹਾਂ ਉਹਨੇ ਮੇਰੇ ਵੱਡੇ ਭਰਾ ਕਵਲਜੀਤ ਸਿੰਘ ਜੀ ਨੇ, ਲੇਕਿਨ ਸਾਡਾ ਮੁੱਢ ਜਿਹੜਾ ਸੇਵਾ ਹੀ ਸੀ। ਤੇ ਮੈਂ ਕਹਿੰਦਾ ਮੇਰੇ ਸਟੂਡੈਂਟ ਵੀ ਨੇ। ਤੇ ਇਸ ਤਰ੍ਹਾਂ ਹੀ ਰੋਹਨ ਦੇ ਨਾਮ ਦਾ ਉੱਥੇ ਉਹ ਸਟੂਡੈਂਟ ਸਾਡਾ
ਨਵਾਂ ਸੈਂਟਰ ਸਟਾਰਟ ਕਰ ਰਹੇ ਕੱਲ ਔਰ ਪਰਸੋਂ, ਲੇਕਿਨ ਸਾਡਾ ਕੈਂਪ ਨੈਕਸਟ ਵੀਕ ਉੱਥੇ ਲੱਗੇਗਾ। फ्री सेवा कैंप असी सेवा 24/7 के अंदर बिल्कुल फ्री लगाने आना जाना कोशिश असी करने कि असी आप ही करिए, लेकिन अगर बहुत दूर होएगा तो असी अफोर्ड नहीं कर सकते, क्योंकि असी किसी तो कोई चार्जेस नहीं लै रहे। असी तुहाडे मोहताज हाँ कि अगर तुसी इस पैथी नूं प्रमोट करना है तो। रही गल, जब तक दुनिया है कोई ना कोई नवी पैथी आती रहेगी, पुरानी पैथी जाती रहेगी, पर यह पैथी साढ़े युगों तो चलती आ रही है, पहले कभी मेडिसिन नहीं सी। ऐसी नूं प्रमोट किया जाए। और सेंटर के लिए साडा पहला सेंटर शाहबाद सीगा, पटियाले भी साडा सेंटर है जी, अमृतसर भी है, लेकिन सेंटर मीन की है वो तुहानूं दस दईए। असी अपना ना प्रमोट नहीं किया किधरे भी, साडे तो सीखे हुए साडे जिहड़े स्टूडेंट ने। दिल्ली विच साडा फिलहाल होर कोई नहीं सीगा, लेकिन साडा ही एक होर पहले बैन की जगह सीगी मोती नगर 6/55, जो कि असी कल तो फिर उन्होंने ऑपरेटिव कर रहे हैं। भाई साहब ने कहा क्योंकि इस जगह तो स्टूडेंट ज़्यादा आना चालू हो गए हैं, तो असी उन्होंने प्रमोट नहीं कर रहे। वो पहले प्रमोटेड है। प्रमोटेड मीन जिथे संगत रूप में कोई भी आ रहा है प्रमोटेड है, चाहे 10 आ जाए भावें 100 आ जाए। असी उन्होंने दोबारा स्टार्ट कर रहे हैं, क्योंकि सानू इतने जगह छोटी पै रही है। छोटी मीन घट पै रही, असी उन्होंने संगत को उन्ना टाइम तवज्जो नहीं दे पा रहे थे, तो स्टूडेंट थोड़े घट से। इतने भी मेरे को इस समय 18 है, तो उत्थे असी 7 होर स्टूडेंट नवे भेज के जिहड़े पहले मेरे को सीखते थे उन्होंने उत्थे तैयार करा रहे हैं। और पूरे इस टाइम इंडिया रीजन में 82 सीगे, और विद इन दिस जनवरी 31 तो पहले 3 और खुल जाएंगे। 85 साढ़े सेंटर तैयार में, लेकिन साडा अपना नहीं, साडे स्टूडेंट नाल। पहले वर्ड याद रखना, सेवा 24/7 का और कोई नहीं है, राइट। ਸਾਡਾ ਖਿੜਦਾ ਪੰਜਾਬ ਦੇ ਤੁਸੀਂ ਕਹਿੰਦੇ ਕੀ ਮੈਸੇਜ ਕੁਝ ਦੇਣਾ ਚਾਹੋਗੇ? ਮੈਂ ਤਾਂ ਇਹ ਵੀ ਕਹਿਣਾ ਚਾਹਾਂਗਾ ਕਿ ਐਵੇਂ ਹੀ ਸੰਗਤ ਦੀ ਸੇਵਾ ਕਰਦੇ ਰਹੋ, ਸਿੱਖੀ ਦੀ ਸੇਵਾ ਕਰਦੇ ਰਹੋ। ਸੰਗਤ ਦੇ ਵਿੱਚ ਕੋਈ ਭੇਦਭਾਵ ਨਾ ਰੱਖਿਆ ਜਾਵੇ, ਭਾਵੇਂ ਹਿੰਦੂ ਹੋਏ, ਮੁਸਲਿਮ ਹੋਏ, ਸਿੱਖ ਹੋਏ, ਈਸਾਈ ਹੋਏ, ਸਭ ਨੂੰ ਉਸ ਪ੍ਰਮਾਤਮਾ ਦੀ ਜੋਤ ਦੇਖਦੇ ਹੋਏ ਉਹਦੇ ਨਾਲ ਸਾਥ ਦੇ ਕੰਧੇ ਨਾਲ ਕੰਧਾ ਮਿਲਾ ਕੇ ਅੱਗੇ ਵਧਦੇ ਰਹੋ। ਐਵੇਂ ਹੀ ਆਪਣਾ ਦੇਸ਼ ਦਾ ਵਿਕਾਸ ਤੇ ਸਿੱਖੀ ਦਾ ਵਿਕਾਸ, देखो जिस देश से रहने विकास तो वह भी करना पेगा ना जी। अपना विकास करी जावांगे, देश का विकास नहीं होगा तो वह भी कोई फायदा नहीं है। सबनों पैरलर नाल लैके चलना है, सारे इकट्ठे चलना है, एवं चलते रहिए। साडी एवं अरदास हैगी। वाहिगुरू जी का खालसा, वाहिगुरू जी की फतेह।